BTV देख रहे सारे दर्शकों का स्वागत। मैं हाँ लवदी बडियाल लैके हाज़र हाँ प्रोग्राम खबर पॉइंट, जिस दे विच असीं पंजाब ते देश दुनिया नाल जुड़ियां खबरां ते मुद्दिआं ते चर्चा करदे हां। इन्हां खबरां ते मुद्दिआं ते चर्चा करन लई मेरे नाल मौजूद ने सीनियर पत्रकार शिविंदर सिंह जी। सब तो पहला उन्हां दा स्वागत करदे हां। सत श्री अकाल शिविंदर जी। शुक्रिया जी लवदीप, मेहरबानी जी। शिविंदर जी, प्रोग्राम की शुरुआत कर लैंदे हां। सचिन बिश्नोई नूं अज़रबैजान तो गिरफ्तार कर लिया गया ते उन्हां नूं दिल्ली लैके आंदा गया ते वैसा मन्निया जा रहा है कि इस जो पुछगिछ हो रही है उसदे विच काफ़ी अहम खुलासे हो सकते हैं। असल में सिद्धू मूसेवाले के कतल के मामले में काफ़ी सारे ਜਿਹੜੇ ਹੈਗੇ ਆ ਅਸੀਂ ਦੇਖਿਆ ਵੀ पिछले साल तो ਉਹਦੀ ਡੈਥ ਤੋਂ ਬਾਅਦ ਕਾਫੀ ਸਾਰੇ ਮਾਮਲੇ ਸਾਹਮਣੇ ਆਏ ਇੱਕਦਮ ਲਗਾਤਾਰ ਵੀ ਉਹਦੀ ਮੌਤ ਦੇ ਵਿੱਚ ਉਹਦੀ ਕੜੀਆਂ ਕਿੱਥੇ ਕਿੱਥੇ ਜੁੜੀਆਂ ਹੋਈਆਂ ਨੇ। ਹੁਣ ਇਹ ਸਚਿਨ ਬਿਸ਼ਨੋਈ ਨਾਲ ਵੀ ਕੜੀ ਜੁੜੀ ਦੱਸੀ ਜਾ ਰਹੀ ਹੈਗੀ ਆ। ਫਿਲਹਾਲ ਉਹਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਹੈਗਾ, ਬਾਹਰੋਂ ਗ੍ਰਿਫਤਾਰ ਕੀਤਾ, ਹੁਣ ਉਹਨੂੰ ਲਿਆਂਦਾ ਗਿਆ। ਇਹ ਅਜੇ ਤੱਕ ਬਾਕੀ ਜਿਹੜੀ ਅਪਡੇਟ ਆਉਣੀ ਬਾਕੀ ਹੈ, ਕਿਉਂਕਿ ਹਾਲੇ ਬਹੁਤ ਸਾਰੇ ਸਵਾਲ ਸੀਗੇ ਇਹਦੇ ਬਾਰੇ ਵੀ ਇਹਦੀ ਕੀ ਭੂਮਿਕਾ ਹੈ, ਕਿੱਦਾਂ ਹੈ, ਉਹਦੇ ਬਾਰੇ ਜਿਹੜਾ ਜਦੋਂ ਸਪਸ਼ਟ ਹੋਰ ਹੋਏਗਾ। लेकिन अजे तक एक चीज़ की बड़ी हो रही है कि तुसीं देखो कि साल तो उपर हो गया डैथ होई नूं, अजे तक सुराग नहीं हथ लग सकिया कोई। ये पिछे मास्टरमाइंड की है, ये पिछे कारण की ने कि ये एक दो गैंग ग्रुपां दे जिहड़ी हैगी लड़ाई दे वजों होया कतल है। ये पिछे कोई कॉन्स्पिरेसी थ्योरी है, ये पिछे कुछ होर चीज़ है जी। एक की है अजे तक मैनूं लगदा भी इस मामले में डिवेलपमेंट नहीं हो सकी। पता नहीं, ये नहीं पता भी ये हुण अपने आप जी ये कतल एक बुझारत बनया रहूगा या की रहूगा जी। क्योंकि सचिन बिश्नोई वालों ये किया जा रहा है कि सिद्धू मूसेवाल का जो कतल कांड है उसकी जो प्लैनिंग है वो दुबई दे विच होई सी, पर ये भी कितना किते है कि सच है या नहीं है। दुबई च होई सी। दूजा जिहड़ा बराड़ आ वो कनेडा बैठा, ओदा जिहड़ा हैगा बयान अलग सीगा है ना। ते इसी तरह कुछ इनू दो गैंग ग्रुपां दे जिवें बंबीहा ग्रुप ते दूजा ग्रुप हो गया ना, वो बिश्नोई ग्रुप हो गया। इन्हां दी आपस विच जिहड़ी कंट्रडिक्शन ਉਹਦੇ ਵਜੋਂ ਹੋਇਆ ਵੀ ਜਿਹੜਾ ਇਹ ਬੰਬੀਹਾ ਗਰੁੱਪ ਦੇ ਨੇੜੇ ਸੀਗਾ ਮੂਸੇਵਾਲਾ, ਤੇ ਇਹਦੇ ਨਾਲ ਦੀ ਨਾਲ ਹੀ ਇਹ ਵੀ ਹੈ ਕਿ ਵੀ ਇਹਨਾਂ ਦੇ ਜਿਹੜੇ ਇੱਕ ਕਤਲ ਦੇ ਮਾਮਲੇ ਵਿੱਚ ਉਹ ਬਰਾੜ ਕਹਿ ਰਿਹਾ ਹੈਗਾ ਵੀ ਮੇਰੇ ਜਿਹੜਾ ਵਿੱਕੀ ਮਿੱਡੂ ਖੇਡ ਵਾਲੇ ਮਾਮਲੇ ਵਿੱਚ ਵੀ ਇਹਦੀ ਭੂਮਿਕਾ ਦੇਖੀ ਜਾ ਰਹੀ ਸੀ। ਬੜਾ ਕੁਛ ਹੈ, ਅਜੇ ਸਪਸ਼ਟ ਕੁਛ ਨਹੀਂ ਹੋਇਆ ਹੈਗਾ। ਇਸੇ ਕਰਕੇ ਮੈਨੂੰ ਲੱਗਦਾ ਵੀ ਅਜੇ ਤੱਕ ਜਿਹੜੀ ਇਹ ਗੱਲਾਂ ਆ ਗਈਆਂ ਵੀ ਅਜੇ ਵਿੱਚ ਆਹ ਅਪਡੇਟ ਹੋ ਗਈ, ਆਹ ਹੋ ਗਈ, ਅਜੇ ਤੱਕ ਜੜ ਕਿੱਥੇ ਹੈ, ਜੜ ਨੂੰ ਪਤਾ ਕਰਨ ਦੇ ਵਿੱਚ ਸਾਡਾ ਜਿਹੜਾ ਹੈਗਾ ਵਾ ਪ੍ਰਸ਼ਾਸਨ ਹੈ, ਪੁਲਿਸ ਹੈ, ਸਾਡੀ ਸਰਕਾਰ ਹੈ, ਉਹ ਫੇਲ ਹੋਈ ਹੈ ਜੀ। शिविंदर जी, अगली खबर की चर्चा कर लैंदे हां। पंजाब के राजपाल बनवारी लाल पुरोहित ते भगवंत मान विचकार जो तकरारबाजी चल रही है, इस बारे की कहना चाहोगे? असल दे विच दोवें जिहड़ी तकरारबाजी आ वो ना ही सूबे लई ना ही उन्हां दे अपने संविधानक अहुदिआं दे लई ठीक नहीं हैगी। गलती यह हैगी कि राजपाल है जिहड़ा वो सेंटर के इशारे के उत्ते काम करदा, कल्ले पंजाब दे विच नहीं, जिथे जिथे भी एंटी भाजपा ਦੀਆਂ ਸਰਕਾਰਾਂ ਨੇ, ਗੈਰ ਭਾਜਪਾਈ ਸਰਕਾਰਾਂ ਨੇ, ਉੱਥੇ ਦੇ ਰਾਜਪਾਲ ਜਿਹੜਾ ਹੈਗਾ ਦਖਲਅੰਦਾਜ਼ੀ ਕਰਦੇ ਨੇ ਔਰ ਉੱਥੇ ਦੀ ਸਰਕਾਰਾਂ ਨੂੰ ਜਿਹੜਾ ਹੈਗਾ ਦਿੱਕਤਾਂ ਕ੍ਰੀਏਟ ਕਰਦੇ ਨੇ। ਇਹੀ ਚੀਜ਼ ਅਸੀਂ ਪੰਜਾਬ ਦੇ ਵਿੱਚ ਵੀ ਦੇਖ ਰਹੇ ਹੈਗੇ ਆ, ਨੰਬਰ 1। ਦੂਜੀ ਚੀਜ਼ ਇਹ ਹੈਗੀ ਹੈ ਵੀ ਇੱਥੇ ਕੋਈ ਮਾਣ ਮਰਿਆਦਾ ਦਾ ਵੀ ਨਹੀਂ ਖਿਆਲ ਰੱਖਿਆ ਜਾਂਦਾ, ਨਾ ਹੀ ਤਾਂ ਮੁੱਖ ਮੰਤਰੀ ਰੱਖਦਾ ਰਾਜਪਾਲ ਦੇ ਅਹੁਦੇ ਦੀ ਜੀ। ਤੇ ਰਾਜਪਾਲ ਜਿਹੜਾ ਹੈਗਾ ਸੈਂਟਰ ਦਾ ਇੱਕ ਤਰ੍ਹਾਂ ਦਾ ਏਜੰਟ ਬਣ ਕੇ ਜਿਵੇਂ ਕੰਮ ਕਰਦਾ ਹੈਗਾ ਵਾ, ਉਹਦੀ ਬੋਲੀ ਬੋਲ ਕੇ ਕੰਮ ਕਰਦਾ। ਇਹਦੇ ਨਾਲ ਨੁਕਸਾਨ ਕੀ ਹੈ ਕਿ ਬਹੁਤ ਸਾਰੇ ਬਿੱਲ ਨਹੀਂ ਉਹ ਲਟਕੇ ਪਏ ਨੇ, ਬਹੁਤ ਸਾਰੇ ਪੰਜਾਬ ਦੇ ਹੋਰ ਮੁੱਦੇ ਨਹੀਂ ਜਿਹੜੇ ਹੈਗੇ ਆ ਉਹ ਵੀ ਖਿਲਾ ਦੇ ਵਿੱਚ ਨੇ। ਇਸ ਕਰਕੇ ਦੋਵੇਂ ਵਕਾਰੀ ਸੰਵਿਧਾਨਕ ਅਹੁਦੇ ਨੇ। ਇਹ ਅਹੁਦੇ ਜਿਹੜੇ ਹੈਗੇ ਆ ਇਹਨਾਂ ਦੇ ਨੂੰ ਸੁਚਾਰੂ ਰੂਪ ਚ ਆਪਣੇ ਢੰਗ ਨਾਲ ਚੱਲਣਾ ਚਾਹੀਦਾ, ਇੱਕ ਦੂਜੇ ਦੇ ਅਹੁਦੇ ਦੀ ਕਦਰ ਕਰਦੇ ਹੋਏ, ਰਿਸਪੈਕਟ ਕਰਦੇ ਹੋਏ। ਤੇ ਨਹੀਂ ਮਤਲਬ ਉਹਦੇ ਨਾਲ ਤੁਹਾਨੂੰ ਪਤਾ ਵੀ ਇੱਕ ਹੁੰਦਾ ਕੀ ਹੈ ਕਿ ਜੇ ਇਦਾਂ ਨਾ ਹੋਵੇਗਾ ਤਾਂ ਉਹ ਸੂਬੇ ਲਈ ਤਾਂ ਦਿੱਕਤਾਂ ਹੋਣਗੀਆਂ। ਇਹਨਾਂ ਦੇ ਆਪਣੇ ਸਿਆਸੀ ਮਫਾਦ ਭਾਵੇਂ ਠੀਕ ਹੋ ਜਾਣ ਇਹਦੇ ਨਾਲ, ਪਰ ਸੂਬਾ ਖੁਦ ਪ੍ਰਭਾਵਿਤ ਹੋਏਗਾ ਇਹਦੇ ਨਾਲ ਜੀ। ਕਿਉਂਕਿ ਇਹਨਾਂ ਵਿਚਕਾਰ ਰਾਜਪਾਲ ਵੱਲੋਂ ਵੀ ਕਿਹਾ ਜਾ ਰਿਹਾ ਕਿ ਨਹੀਂ ਹੁੰਦਾ ਸੰਵਿਧਾਨਿਕ ਹੱਕ ਹੈ, ਇਸ ਲਈ ਉਹ ਸਾਰੇ ਸਵਾਲ ਪੁੱਛ ਰਹੇ ਨੇ। ਸੰਵਿਧਾਨਿਕ ਹੱਕ ਹੈ, ਪਰ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਰਾਜਪਾਲ ਜਿਹੜੇ ਲਗਾਤਾਰ ਦਖਲਅੰਦਾਜ਼ੀ ਕਰ ਰਹੇ ਨੇ ਸਾਰੇ ਸੂਬਿਆਂ ਦੇ ਵਿੱਚ ਹੀ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈਗੀ। ਉਦਾਹਰਨ ਦੇ ਤੌਰ ਤੇ ਅਸੀਂ ਦੇਖਿਆ ਕਿ ਤਮਿਲਨਾਡੂ ਦੇ ਵਿੱਚ ਰਾਜਪਾਲ ਨੇ ਜਿਹੜਾ ਹੈਗਾ ਮੰਤਰੀ ਨੂੰ ਬਰਖਾਸਤ ਕਰ ਦਿੱਤਾ ਜੀ। ਹੁਣ ਉਹ ਮਾਮਲਾ ਅਦਾਲਤ ਵਿੱਚ ਜਾਏਗਾ, ਵੱਡੀ ਅਦਾਲਤ ਵਿੱਚ ਪਹੁੰਚੇਗਾ, ਜੋ ਕਿ ਮੁੱਖ ਮੰਤਰੀ ਕਰ ਸਕਦਾ ਹੁੰਦਾ, ਰਾਜਪਾਲ ਨਹੀਂ ਉਸ ਤਰ੍ਹਾਂ ਕਰ ਸਕਦਾ ਹੁੰਦਾ। ਰਾਜਪਾਲ ਤਾਂ ਮਤਲਬ ਅਸਤੀਫਾ ਮਨਜ਼ੂਰ ਕਰ ਸਕਦਾ ਹੈਗਾ। ਸੋ ਇਹ ਜਿਹੜੀਆਂ ਚੀਜ਼ਾਂ ਆ ਰਹੀਆਂ ਕਿਤੇ ਨਾ ਕਿਤੇ ਇੱਕ ਫੈਡਰਲ ਸਿਸਟਮ ਦੇ ਉੱਤੇ ਅਟੈਕ ਆ। ਦੂਜੀ ਚੀਜ਼ ਇਹ ਹੈਗੀ ਆ ਵੀ ਜਿਹੜਾ ਸਰਕਾਰ ਕੇਂਦਰੀਕਰਨ ਕਰਨ ਲੱਗੀ ਹੋਈ ਹੈ ਰਾਜਾਂ ਦੀਆਂ ਤਾਕਤਾਂ ਨੂੰ ਖਤਮ ਕਰਕੇ, ਇਹ ਮੈਨੂੰ ਲੱਗਦਾ ਕਿ ਉਸ ਦਿਸ਼ਾ ਵੱਲ ਵੱਧਦਾ ਹੋਇਆ ਕਦਮ ਆ। ਇਹਦਾ ਹਰ ਹੀਲੇ ਵਿਰੋਧ ਕਰਨਾ ਚਾਹੀਦਾ ਜੀ।
ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਆ। ਸੁਨੀਲ ਜਾਖੜ ਜਦੋਂ ਤੋਂ ਪੰਜਾਬ ਭਾਜਪਾ ਦੇ ਪ੍ਰਧਾਨ ਬਣੇ ਨੇ, ਉਸ ਦਿਨ ਤੋਂ ਬਾਅਦ ਜੋ ਉੱਥੇ ਬਗਾਵਤੀ ਸੁਰ ਹੈ ਉਹ ਸ਼ੁਰੂ ਹੋ ਗਏ ਨੇ, ਕਿਸ ਤਰ੍ਹਾਂ ਦੇਖਦੇ? ਅਸਲ ਦੇ ਵਿੱਚ ਬੀਜੇਪੀ ਨੂੰ ਪੰਜਾਬ ਵਾਲਾ ਮਾਮਲਾ ਉਲਟਾ ਪੈਣ ਲੱਗਿਆ ਹੋਇਆ ਹੈਗਾ। ਉਹ ਉਲਟਾ ਇਸ ਲਈ ਪੈਣ ਲੱਗਿਆ ਹੋਇਆ ਕਿ ਹੋਰਨਾਂ ਸੂਬਿਆਂ ਵਿੱਚ ਉਹ ਦੂਜੀਆਂ ਪਾਰਟੀਆਂ ਦੇ ਬੰਦੇ ਪੱਟਦੇ ਆ ਜੀ, ਉੱਥੇ ਬਗਾਵਤ ਕਰਾਉਂਦੀ ਹੈ। ਇੱਥੇ ਇਹਦੇ ਆਪਦੇ ਘਰੇ ਬਗਾਵਤ ਹੋ ਗਈ ਹੈ, ਕਿਉਂਕਿ ਸੁਨੀਲ ਜਾਖੜ ਨੂੰ ਲੈ ਕੇ ਤਾਂ ਆਈ ਸੀ ਵੀ ਪੰਜਾਬੀ ਨੇ ਪੰਜਾਬ ਦੇ ਵਿੱਚ ਸੁਨੀਲ ਜਾਖੜ ਇੱਕ ਰਿਸਪੈਕਟਡ ਬੰਦਾ ਹੈਗਾ ਵਾ, ਉਹਦੀ ਮਾਣ ਇੱਜ਼ਤ ਹੈ। ਹਾਲਾਂਕਿ ਉਹ ਮਾਣ ਇੱਜ਼ਤ ਉਹਨੇ ਗਵਾਈ ਹੈ ਜੀ ਭਾਜਪਾ ਜਾਣ ਤੋਂ ਬਾਅਦ। ਆਪਾਂ ਨੂੰ ਪਤਾ ਹੀ ਹੈ ਵੀ ਪੰਜਾਬੀ ਜਿਵੇਂ ਕਿਸੇ ਨੂੰ ਚਾੜਦੇ ਨੇ ਉਸੇ ਤਰ੍ਹਾਂ ਗੁੱਡੀ ਉਹਦੀ ਥੱਲੇ ਲਾਉਣਾ ਵੀ ਜਾਣਦੇ ਨੇ। ਜਾਂ ਇੱਕ ਕਹਾਵਤ ਆ ਵੀ ਇਹ ਕਿਸੇ ਬੰਦੇ ਨੂੰ ਸਜਾ ਕੇ ਤਾਂ ਘੋੜੀ ਤੇ ਚੜਾਉਂਦੇ ਨੇ, ਪਰ ਵਾਪਸ ਉਤਾਰਦੇ ਤੇ ਗਦੀ ਤੇ ਲੈ ਕੇ ਭੇਜਦੇ ਹੈਗੇ ਨੇ। ਸੋ ਇਸ ਤਰ੍ਹਾਂ ਸੁਨੀਲ ਜਾਖੜ ਦਾ ਜਿਹੜਾ ਮਾਮਲਾ, ਸੁਨੀਲ ਜਾਖੜ ਪਰ ਜਦੋਂ ਬੀਜੇਪੀ ਜਾਂਦਾ, ਬੀਜੇਪੀ ਦੇ ਪੁਰਾਣੇ ਬੰਦੇ ਆ, ਉਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਕਿੰਨੇ ਸਾਲ ਦੇ ਭਾਜਪਾ ਦੇ ਵਿੱਚ ਸੀ, ਪਾਰਟੀ ਸੀ, ਸਾਨੂੰ ਤਾਂ ਕੁਝ ਮਿਲਿਆ ਨਹੀਂ, ਬਾਹਰੋਂ ਆਏ ਹੋਏ ਬੰਦਿਆਂ ਨੂੰ ਜਿਹੜਾ ਹੈਗਾ ਵਕਾਰੀ ਉਹਦੇ ਤੇ ਜਾਂਦੇ ਨੇ। ਇਸੇ ਲਈ ਅਸ਼ਵਨੀ ਹੈ ਜਿਹੜਾ, ਅਸ਼ਵਨੀ ਨੇ ਰਿਜ਼ਾਈਨ ਦਿੱਤਾ ਜੀ। ਖਬਰਾਂ ਸੀ ਵੀ ਇਹ ਭਾਜਪਾ ਜੁਆਇਨ ਕਰੇਗਾ। ਹੋਰ ਬਹੁਤ ਸਾਰੇ ਲੀਡਰ ਆ, ਉਹਨਾਂ ਬਾਰੇ ਵੀ ਖਬਰਾਂ ਉੜਦੀਆਂ ਆ ਰਹੀਆਂ। ਭਾਜਪਾ ਦੇ ਲੀਡਰ ਜਿਹੜੇ ਕਿ ਇਹ ਗੱਲਾਂ ਤੋਂ ਨਾਰਾਜ਼ ਨੇ ਆਪਣੀ ਪਾਰਟੀ ਨਾਲ, ਵੀ ਉਹ ਜਾਂ ਤਾਂ ਕਾਂਗਰਸ ਵੱਲ ਜਾਣਗੇ ਜਾਂ ਆਪ ਵੱਲ ਜਾਣਗੇ ਜਾਂ ਕੋਈ ਹੋਰ ਅੱਗਾ ਪਿੱਛਾ ਆਪਣਾ ਦੇਖਣ ਲੱਗੇ ਹੋਏ ਨੇ। ਇੱਥੇ ਮਤਲਬ ਇਹ ਸੂਬਾ ਹੋਰ ਸੂਬਿਆਂ ਦੇ ਵਿੱਚ ਜਿਹੜਾ ਕੰਮ ਭਾਜਪਾ ਕਰਦੀ ਹੈ, ਇੱਥੇ ਉਲਟੀ ਗੰਗਾ ਵਗਣ ਲੱਗੀ ਹੈ ਜੀ। ਭਾਜਪਾ ਵੱਲੋਂ ਵੀ ਇੱਕ ਹੈਰਾਨੀਜਨਕ ਫੈਸਲਾ ਲਿਆ ਗਿਆ ਸੀ ਸੁਨੀਲ ਜਾਖੜ ਨੂੰ ਇੱਕਦਮ ਪ੍ਰਧਾਨ ਬਣਾ ਕੇ। ਉਹਦਾ ਕਾਰਨ ਹੈ ਕਿ ਇਹਨਾਂ ਦੀ ਆਪਣੀ ਲੀਡਰਸ਼ਿਪ ਤਾਂ ਨਾ ਕਦੇ ਉੱਭਰੀ ਨਹੀਂ ਹੈਗੀ ਜੀ। ਆਹੀ ਇੱਕ ਤਾਂ ਮਨੋਰੰਜਨ ਕਾਲੀਆ ਆਪਾਂ ਜਾਣਦੇ ਸੀ ਕਿ ਮਦਨ ਮੋਹਨ ਮਿੱਤਲ ਇਸ ਤਰ੍ਹਾਂ ਦੇ ਜਾਣਦੇ ਸੀ, ਇਦੋਂ ਬਿਨਾਂ ਤਾਂ ਇਹਨਾਂ ਦੀ ਲੀਡਰਸ਼ਿਪ ਨੇ ਕੋਈ ਉੱਭਰਨ ਨਹੀਂ ਦਿੱਤੀ। ਇਹਨਾਂ ਨੇ ਆਪ ਹੀ ਨਹੀਂ ਉੱਭਰੀ। ਜਦੋਂ ਅਕਾਲੀ ਦਲ ਨਾਲ ਅਲਾਇੰਸ ਸੀ ਤਾਂ ਉਦੋਂ ਅਕਾਲੀ ਦਲ ਦੇ ਥੱਲੇ ਲੱਗ ਕੇ ਪ੍ਰਕਾਸ਼ ਸਿੰਘ ਦੇ ਬਾਦਲ ਦੇ ਛਾਏ ਦੇ ਜਿਹੜੀ ਛਾਂ ਆ ਉਹਦੇ ਪਰਛਾਵੇਂ ਥੱਲੇ ਹੀ ਦਬ ਜਾਂਦੇ ਸੀ ਇਹ। ਇਸ ਕਰਕੇ ਕਿਉਂਕਿ ਇੰਨਾ ਆਧਾਰ ਵੀ ਨਹੀਂ ਸੀ ਇਹਨਾਂ ਦਾ ਜੀ, ਇਸ ਕਰਕੇ ਇਹਨਾਂ ਦੀ ਲੀਡਰਸ਼ਿਪ ਕੋਈ ਏਡੀ ਹੈ ਨਹੀਂ ਸੀਗੀ। ਫਿਰ ਜਿਹੜੀਆਂ ਦੂਜੀਆਂ ਪਾਰਟੀਆਂ ਜੋ ਲੀਡਰ ਪੱਟਣੇ ਸ਼ੁਰੂ ਕੀਤੇ ਨੇ ਹੁਣ, ਜਦੋਂ ਇਹਨਾਂ ਕੋਲ ਸੱਤਾ ਆਈ ਆ, ਤਾਕਤ ਆਈ ਆ, ਉਹ ਵੱਡੇ ਪੱਟੇ ਕੈਪਟਨ ਅਮਰਿੰਦਰ ਸਿੰਘ ਵਰਗੇ, ਸੁਨੀਲ ਜਾਖੜ ਵਰਗੇ, ਫਿਰ ਉਹਨਾਂ ਨੇ ਇਹਨਾਂ ਨੇ ਅੱਗੇ ਲੈ ਕੇ ਆਉਣਾ ਸੀ ਨਾ। ਇਹ ਚੀਜ਼ਾਂ ਸੀਗੇ। ਜਾਂ ਤਾਂ ਫਿਰ ਆਪਣੀ ਪੁਰਾਣੀ ਭਾਜਪਾ ਦੀ ਲੀਡਰਸ਼ਿਪ ਨੂੰ ਤੁਸੀਂ ਅੱਗੇ ਕਰਦੇ, ਤਕੜਿਆਂ ਕਰਦੇ, ਉਹਨੂੰ ਤਕੜਿਆਂ ਵੀ ਨਹੀਂ ਕੀਤਾ, ਨਾ ਹੀ ਉਹ ਪੰਜਾਬ 'ਚ ਮਰਜ਼ ਉਸ ਤਰ੍ਹਾਂ ਹੋ ਸਕੀ। ਇਸੇ ਕਰਕੇ ਜਦੋਂ ਵੱਡੇ ਬੰਦੇ ਲਿਆਂਦੇ, ਉਹ ਤਾਂ ਹੀ ਲਿਆਂਦੇ ਵੀ ਅੱਗੇ ਆ ਕੇ ਅਗਵਾਈ ਕਰਨਗੇ ਤੇ ਸਾਨੂੰ ਸ਼ਾਇਦ ਸਾਡੇ ਮਾੜੇ ਮੋਟੇ ਪੈਰ ਪੰਜਾਬ 'ਚ ਲੱਗ ਸਕਣ ਜੀ। ਪਰ ਅੱਜ ਵੀ ਕਿਤੇ ਕਿ ਦੇਖਣ ਨੂੰ ਮਿਲਿਆ ਕਿ ਭਾਜਪਾ ਦਾ ਜੋ ਪੈਰ ਫਿਰ ਵੀ ਜੰਮ ਨਹੀਂ ਪਾ ਰਹੇ, ਕਿਉਂਕਿ ਉਹ ਜੋ ਲੀਡਰਸ ਬਾਹਰੋਂ ਲੈ ਕੇ ਆ ਰਹੇ ਉਹਨਾਂ ਦਾ ਕੱਦ ਕਿਤਨਾ ਕਿਤੇ, ਉਹ ਲੀਡਰਾਂ ਨੂੰ ਲੋਕ ਨਕਾਰ ਚੁੱਕੇ ਨੇ। ਉਹ ਇਸ ਕਰਕੇ ਇਹਨਾਂ ਨੂੰ ਲੱਗਦਾ ਸੀ ਵੀ ਦੂਜੇ ਸੂਬਿਆਂ ਵਾਲਾ ਫਾਰਮੂਲਾ ਲਾਗੂ ਹੋ ਜਾਊਗਾ, ਜਿਵੇਂ ਦੂਜੇ ਸੂਬਿਆਂ ਦੇ ਵਿੱਚ ਇੱਧਰੋਂ ਉੱਧਰੋਂ ਇਕੱਠਾ ਕਰਕੇ ਜਿਹੜਾ ਹੈਗਾ ਲੀਡਰ, ਉਹਦੇ ਨਾਲ ਅਸੀਂ ਆਪਣਾ ਕੁਨਬਾ ਪੂਰਾ ਕਰ ਲਿਆ। ਪਰ ਪੰਜਾਬ ਦੇ ਵਿੱਚ ਇਹ ਚੀਜ਼ ਨਹੀਂ ਹੋ ਸਕੀ ਕਾਮਯਾਬ ਜੀ। ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਆ। ਪੰਜਾਬ ਰੋਡਵੇਜ਼ ਦੀ ਇੱਕ ਬੱਸ ਸੀ, ਮੋਗਾ ਡਿਪੂ ਤੋਂ ਚੱਲਦੀ ਸੀ, ਦਰਬਾਰ ਸਾਹਿਬ ਜਾਂਦੀ ਸੀ, ਤੇ ਹੁਣ ਇਹ ਜੋ ਬੱਸ ਹੈ ਐਸਸੀ ਦੇ ਕੋਰਟ ਫੈਸਲੇ ਮਗਰੋਂ ਜੋ ਇਸਦਾ ਪਰਮਿਟ ਹੈ ਕੈਂਸਲ ਕਰ ਦਿੱਤਾ ਗਿਆ। ਸੁਪਰੀਮ ਕੋਰਟ ਨੇ ਕਿਹਾ ਵੀ ਜਿੰਨੀਆਂ ਵੀ ਬਗੈਰ ਪਰਮਿਟ ਬੱਸਾਂ ਨੇ ਉਹ ਸਾਰੀਆਂ ਦੇ ਜਿਹੜੇ ਹੈਗੇ ਪਰਮਿਟ ਕੈਂਸਲ ਉਹ ਨਹੀਂ ਚੱਲਣਗੀਆਂ। 1997 ਦੇ ਵਿੱਚ ਇਹ ਬੱਸ ਸੀਗੀ ਰੋਡਵੇਜ਼ ਦੀ, ਜਿਹੜੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕੀਤੀ ਸੀ, ਪਰ ਪਰਮਿਟ ਇਹਦਾ ਉਹਨੂੰ ਮਿਲਿਆ ਨਹੀਂ ਸੀਗਾ ਜੀ। ਬਾਅਦ ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਦੋ ਵਾਰ ਰਹਿ ਗਿਆ। ਇੱਕ ਤਾਂ 97 ਤੋਂ ਲੈ ਕੇ 2002 ਤੱਕ ਇੱਕ ਉਦੋਂ ਜਦੋਂ ਇਹਨੇ ਫੈਸਲਾ ਕੀਤਾ ਜੀ, ਉਦੋਂ ਬਾਅਦ ਵਿੱਚ 7 ਤੋਂ 12 ਤੱਕ ਜੀ, 12 ਤੋਂ 17 ਤੱਕ ਜੀ ਪ੍ਰਕਾਸ਼ ਸਿੰਘ ਬਾਦਲ ਉਦੋਂ ਵੀ ਨਹੀਂ ਕਰ ਸਕੇ ਹੈਗੇ। ਇਹਦਾ ਮਤਲਬ ਕੀ ਹੈ ਕਿ ਲੀਡਰ ਬਿਆਨ ਦੇ ਦਿੰਦੇ ਨੇ, ਬਾਵਾ ਖੱਟ ਲੈਂਦੇ ਨੇ, ਲੇਕਿਨ ਅਮਲ ਦੇ ਵਿੱਚ ਨਹੀਂ ਚੀਜ਼ ਲਿਆ ਸਕਦੇ ਹੁੰਦੇ ਹੈ ਨਾ। ਇਹ ਇੱਥੇ ਅਮਲ ਦੇ ਵਿੱਚ ਇਹਨਾਂ ਨੇ ਕੀਤੀ ਨਹੀਂ ਪੂਰੀ, ਤੇ ਹੁਣ ਸੁਪਰੀਮ ਕੋਰਟ ਨੇ ਤਾਂ ਆਪਣਾ ਫੈਸਲਾ ਦੇਣਾ ਹੀ ਸੀਗਾ ਜੀ। ਭਾਵੇਂ ਕਿ ਹੁਣ ਜਿਹੜਾ ਇਹ ਮਹਿਕਮਾ ਰੋਡਵੇਜ਼ ਦਾ ਉਹਦੇ ਜੀਐਮ ਦਾ ਕਹਿਣਾ ਆਏਗਾ, ਜਨਰਲ ਮੈਨੇਜਰ ਦਾ ਵੀ ਕਹਿਣਾ ਕਿ ਅਸੀਂ ਪਰਮਿਟ ਲਈ ਅਪਲਾਈ ਕਰ ਦਿੱਤਾ। ਫਿਲਹਾਲ ਸ਼ਰਧਾਲੂ ਵਾਲੇ ਜਿਹੜੇ ਤਕਲੀਫ ਦੇ ਵਿੱਚ ਨੇ ਜੀ। ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਆ। ਪੰਜਾਬ ਦੀ ਗੱਲ ਕਰੀਏ ਤਾਂ ਪਿਛਲੇ ਮਹੀਨੇ ਜੋ ਇੱਥੇ ਬਾਰਿਸ਼ ਹੋਈ ਸੀ, ਉਹਨਾਂ ਕਰਕੇ ਜੋ ਹੜ੍ਹ ਆਏ ਨੇ, ਉਹਨਾਂ ਕਰਕੇ ਕਾਫੀ ਨੁਕਸਾਨ ਝੱਲਣਾ ਪੈ ਰਿਹਾ। ਕਿਸਾਨਾਂ ਦੀ ਗੱਲ ਕਰੀਏ, ਪਹਿਲਾਂ ਤਾਂ ਉਹਨਾਂ ਨੂੰ ਫਸਲ ਦੇ ਪੱਖੋਂ ਕਾਫੀ ਨੁਕਸਾਨ ਹੋਇਆ, ਤੇ ਹੁਣ ਉਹਦੇ ਜੋ ਟਿਊਬਵੈਲ ਜਾਂ ਬੋਰ ਨੇ, ਉਹਨਾਂ ਦੇ ਵਿੱਚੋਂ ਮਿੱਟੀ ਆ ਰਹੀ ਹੈ, ਗਾਰ ਆ ਰਹੀ ਹੈ, ਇਹਨਾਂ ਕਰਕੇ ਵੀ ਉਹਨੂੰ ਨੁਕਸਾਨ ਝੱਲਣਾ ਪੈ ਰਿਹਾ। ਆਪਾਂ ਨੂੰ ਪਤਾ ਵੀ ਸਤਲੁਜ ਤੇ ਜਿਹੜਾ ਹੈਗਾ ਘੱਗਰ ਜੀ, ਇਹਨੇ ਕਾਫੀ ਤਬਾਹੀ ਮਚਾਈ ਹੈ। ਹੋਰ ਨਦੀਆਂ ਨੇ ਵੀ ਮਚਾਈ ਹੈ, ਥੋੜਾ ਛੋਟੀਆਂ ਮੋਟੀਆਂ ਨਦੀਆਂ ਵੀ ਪੈਂਦੀਆਂ, ਚਾਹੇ ਰਾਵੀ ਵੀ ਹੈਗੀ ਹੈ, ਪਰ ਇਹ ਵੱਡਾ ਨੁਕਸਾਨ ਜਿਹੜਾ ਹੋਇਆ ਮਾਲਵਿਆ ਵੱਡਾ ਰੀਜ਼ਨ, ਉੱਥੇ ਘੱਗਰ ਨੇ ਬਹੁਤ ਵੱਡਾ ਨੁਕਸਾਨ ਕੀਤਾ ਜੀ। ਹੁਣ ਇਹ ਖਬਰਾਂ ਆ ਰਹੀਆਂ ਵੀ ਜਿੱਥੇ ਮਾਰ ਹੋਈ ਹੈ ਘੱਗਰ ਦੀ, ਖੇਤਾਂ ਦੀ ਹਾਲਤ ਇਹ ਹੈ ਕਿ ਟਿਊਬਵੈਲ ਵਿੱਚੋਂ ਗਾਰ ਆਉਣੀ ਸ਼ੁਰੂ ਹੋ ਗਈ ਹੈ। ਇਹ ਆਪਣੇ ਆਪ 'ਚ ਹੀ ਵੱਡਾ ਨੁਕਸਾਨ ਹੈਗਾ। ਸਰਕਾਰ ਨੂੰ ਚਾਹੀਦਾ ਕਿ ਇਹਦੇ ਬਾਰੇ ਧਿਆਨ ਦੇਵੇ। ਅਜੇ ਤੱਕ ਸਾਡੀ ਸਰਕਾਰ ਇੱਕ ਤਾਂ ਕੁੱਲ ਨੁਕਸਾਨ ਨਹੀਂ ਪਤਾ ਲਾ ਸਕੀ ਹੈਗੀ, ਦੂਜਾ ਸਾਡੀ ਸਰਕਾਰ ਇਹ ਨਹੀਂ ਪਤਾ ਕਰ ਸਕੀ ਹੈਗੀ
ਵੀ ਅਸੀਂ ਜਿਹੜਾ ਹੈਗਾ ਕਿਸਾਨੀ ਦਾ ਕਿੰਨਾ ਨੁਕਸਾਨ ਹੋਇਆ, ਦੂਜਾ ਨੁਕਸਾਨ ਕਿੰਨਾ ਹੋਇਆ, ਟੋਟਲ ਨੁਕਸਾਨ ਕਿੰਨਾ ਹੋਇਆ ਜੀ। ਤੇ ਫਿਰ ਇੱਕ ਮਸਲਾ ਆ ਜਾਂਦਾ, ਤੁਸੀਂ ਸੂਬੇ ਨੂੰ ਹਲੇ ਹੜ੍ਹ ਪੀੜਤ ਨਹੀਂ ਘੋਸ਼ਿਤ ਕੀਤਾ। ਹੜ੍ਹ ਪੀੜਤ ਤਾਂ ਨਹੀਂ ਕੀਤਾ ਹੈਗਾ, ਪਤਾ ਨਹੀਂ ਕਿਉਂ ਨਹੀਂ ਕੀਤਾ, ਪਰ ਉਹਦੇ ਨਾਲ ਇੱਕ ਸੈਂਟਰ ਦੇ ਵੱਲੋਂ ਰਾਸ਼ੀ ਆ ਜਾਣੀ ਸੀਗੀ ਜੀ, ਉਹ ਨਹੀਂ ਆਈ ਹੈਗੀ। ਉਹ ਰੁਕੂਗੀ, ਜਿਹੜੀ ਆ ਗਈ ਉਹਦੇ ਤੇ ਸਵਾਲ ਹੈਗੇ ਨੇ ਹਲੇ, ਪਰ ਜੀ ਜਿਹੜੀ ਹੜ੍ਹ ਪੀੜਤ ਸੂਬੇ ਨੂੰ ਵਿਸ਼ੇਸ਼ ਪੈਕੇਜ ਮਿਲਦਾ ਜੀ, ਉਹ ਪੈਕੇਜ ਲੈ ਨਹੀਂ ਸਕਿਆ ਹਲੇ। ਜੀ ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਹੜ੍ਹਾਂ ਕਰਕੇ ਸਿਰਫ ਲਾਈਕ ਕਿਸਾਨਾਂ ਨੂੰ ਹੀ ਮਾਤ ਨਹੀਂ ਪਈ, ਜੋ ਸਕੂਲੀ ਵਿਦਿਆਰਥੀ ਨੇ ਉਹਨਾਂ ਨੂੰ ਵੀ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਇਸ ਦੇ ਕਰਕੇ। ਜਿਵੇਂ ਕਰੋਨਾ ਪੀਰੀਅਡ ਵਿੱਚ ਆਪਾਂ ਦੇਖਿਆ ਨਾ, ਬੱਚੇ ਘਰੇ ਬੈਠੇ ਸੀਗੇ, ਉਹ ਮਾਨਸਿਕ ਤੌਰ ਤੇ ਤਣਾਅਗ੍ਰਸਤ ਹੋ ਗਏ। ਹੁਣ ਹੜ੍ਹਾਂ ਦਾ ਕੀ ਹੋ ਰਿਹਾ, ਇੱਕ ਤਾਂ ਸਕੂਲਾਂ ਜਿੰਨੇ ਸੀਗੇ, ਖਾਸ ਕਰ ਸਰਕਾਰੀ ਸਕੂਲ, ਉਹਨਾਂ ਦੀਆਂ ਇਮਾਰਤਾਂ ਢਹਿ ਗਈਆਂ, ਟੁੱਟ ਗਈਆਂ, ਕੁਝ ਤਰੇੜਾਂ ਆ ਗਈਆਂ ਕੁਝ ਦੇ ਵਿੱਚ। ਇਸ ਕਰਕੇ ਮਾਪੇ ਬੱਚਿਆਂ ਨੂੰ ਭੇਜ ਨਹੀਂ ਰਹੇ ਜੀ, ਆਪਣੇ ਬੱਚਿਆਂ ਦਾ ਫਿਕਰ ਆ ਉਹਨਾਂ ਨੂੰ। ਦੂਜੇ ਪਾਸੇ ਸਕੂਲਾਂ ਦੇ ਵਿੱਚ ਪਾਣੀ ਵੀ ਹੈਗਾ, ਹਾਲੇ ਵੀ ਹਾਲਤ ਉਹੀ ਬਣੀ ਹੋਈ ਆ। ਉਹਨਾਂ ਬੱਚੇ ਇੱਕ ਤਾਂ ਘਰੇ ਰਹਿ ਗਏ, ਇੱਕ ਉਹਨਾਂ ਦਾ ਆਪਣੇ ਮਿੱਤਰਾਂ ਦੋਸਤਾਂ ਨਾਲ ਸੰਪਰਕ ਟੁੱਟ ਗਿਆ। ਤੇ ਕਹਾਣੀ ਸਾਨੂੰ ਵੀ ਲੱਗਦੀ ਹੈ ਵੀ ਕਿਤੇ ਨਾ ਕਿਤੇ ਇਹ ਨਾ ਹੋਵੇ ਵੀ ਭਾਈ ਕਿਤੇ ਬੱਚੇ ਮਾਨਸਿਕ ਤੌਰ ਤੇ ਉਸੇ ਤਰ੍ਹਾਂ ਤਣਾਅ ਦੇ ਵਿੱਚ ਆ ਜਾਣ। ਦੂਜੀ ਚੀਜ਼ ਇਹ ਹੈਗੀ ਹੈ, ਮਿੱਤਰਾਂ ਨਾਲ ਮਿਲਣਾ ਜ਼ਰੂਰੀ ਹੈ। ਜਿਹੜੇ ਬੱਚੇ ਮਤਲਬ ਜਦੋਂ ਆਪਣੇ ਤੱਕ ਹੀ ਮਹਿਦੂਦ ਰਹਿ ਜਾਂਦੇ ਆ, ਜਾਂ ਫਿਰ ਕਮਰੇ ਦੇ ਅੰਦਰਲੀਆਂ ਖੇਡਾਂ ਖੇਡਣ ਲੱਗ ਜਾਂਦੇ ਨੇ, ਗੇਮਾਂ ਜਿਹੜੀਆਂ ਹੈਗੀਆਂ, ਉਹ ਵੀ ਕੋਈ ਉਹਨਾਂ ਦੇ ਸਰਬਪੱਖੀ ਵਿਕਾਸ ਦੇ ਲਈ ਚੰਗੀਆਂ ਨਹੀਂ ਹੁੰਦੀਆਂ ਹੈਗੀਆਂ। ਸੋ ਇਹ ਦਿੱਕਤ ਹੈ। ਇਹਦੇ ਲਈ ਮੈਨੂੰ ਲੱਗਦਾ ਵੀ ਸਰਕਾਰ ਦੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ ਵੀ ਜਿਹੜੇ ਸਕੂਲ ਹੈ ਜਾਂ ਫਿਰ ਕੋਈ ਸਿਹਤ ਸੰਸਥਾਵਾਂ ਜਿਵੇਂ ਹਸਪੀਟਲ ਵਗੈਰਾ, ਪਿੰਡਾਂ ਦੀ ਡਿਸਪੈਂਸਰੀਆਂ, ਉੱਥੇ ਪਾਣੀ ਆਇਆ, ਉਹਨਾਂ ਨੂੰ ਠੀਕ ਕਰਨੀ ਪਹਿਲੀ ਤਰਜੀਹ ਹੋਣੀ ਚਾਹੀਦੀ ਹੈ। ਜੀ ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੇ ਦਿਨ ਪੁਣੇ ਦੇ ਦੌਰੇ ਤੇ ਪਹੁੰਚੇ ਸੀ ਤੇ ਇਸ ਦੌਰਾਨ ਉਹਨਾਂ ਨੂੰ ਲੋਕਮਾਨਯ ਤਿਲਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਿਸ ਤਰ੍ਹਾਂ ਦੇਖਦੇ? ਹੁਣ ਸਨਮਾਨ ਵਾਲੀ ਤਾਂ ਕੋਈ ਗੱਲ ਮੈਨੂੰ ਲੱਗੀ ਨਹੀਂ ਹੈਗੀ ਵੀ ਉਹਦੇ ਵਿੱਚ ਕੋਈ ਉਹਨਾਂ ਨੇ ਕੋਈ ਇਹੋ ਜਿਹਾ ਮਾਰਕਾ ਮਾਰਿਆ ਹੋਵੇ ਵੀ ਸਨਮਾਨ ਮਿਲਣਾ ਚਾਹੀਦਾ। ਹਾਂ, ਜੇਕਰ ਪੁੱਠੇ ਪਾਸਿਓਂ ਕੋਈ ਸਨਮਾਨ ਮਿਲਦਾ ਉਹ ਤਾਂ ਜ਼ਰੂਰ ਮਿਲਣਾ ਚਾਹੀਦਾ ਵੀ ਔਰਤਾਂ ਨੂੰ ਬੋਲਣ ਦਾ ਅਕਲ ਨਹੀਂ ਹੈਗੀ ਉਹਨੂੰ। ਕਿਸੇ ਨੂੰ ਕਾਂਗਰਸੀ ਲੀਡਰ ਸੋਨੀਆ ਗਾਂਧੀ ਨੂੰ ਜਰਸੀ ਗਾਂ ਕਹਿਤਾ, ਮੁਸਲਮਾਨ ਔਰਤਾਂ ਨੂੰ ਨਿਆਣੇ ਜੰਮਣ ਵਾਲੀਆਂ ਫੈਕਟਰੀਆਂ ਕਹਿ ਦਿੱਤਾ, ਜਾਂ ਫਿਰ ਮਨੀਪੁਰ ਜਲਦਾ ਹੋਵੇ ਤੁਸੀਂ 80 ਦਿਨ ਦੇ ਕਰੀਬ ਤੋਂ ਬਾਅਦ ਬੋਲੇ ਹੋ, 80 ਦਿਨਾਂ ਦੇ ਵਿੱਚ ਹੋਏ ਤੋਂ ਬਾਅਦ ਬੋਲੇ ਹੋ, ਜਾਂ ਫਿਰ ਆਪਣੀ ਜ਼ਿੰਮੇਵਾਰੀ ਤੋਂ ਭੱਜਣਾ। ਇੱਕ ਵੀ ਉਹਨਾਂ ਨੇ ਕਦੇ ਮੀਡੀਆ ਦੇ ਰੂਬਰੂ ਨਹੀਂ ਹੋਏ, ਪ੍ਰੈਸ ਕਾਨਫਰੰਸ ਦੇ ਰੂਬਰੂ ਨਹੀਂ ਹੋਏ ਹੈਗੇ। ਇਹ ਤਾਂ ਸਾਰੀ ਉਹਨਾਂ ਦੀ ਚੀਜ਼ਾਂ ਹੈਗੀਆਂ ਨੇ। ਤੇ ਹੁਣ ਇੱਕ ਤਾਂ ਮੈਨੂੰ ਤਾਂ ਇਹ ਨਹੀਂ ਪਤਾ ਵੀ ਅਵਾਰਡ ਕਦੇ ਲਈ ਮਿਲਿਆ ਹੈਗਾ। ਦੂਜੀ ਚੀਜ਼ ਇਹਦੇ ਵਿੱਚ ਇਹ ਹੈਗੀ ਆ ਕਿ ਉਹਨਾਂ ਨੇ ਕਿਹਾ ਕਿ ਮੇਰੀ ਸਰਕਾਰ 'ਚ ਲੋਕਾਂ ਦਾ ਵਿਸ਼ਵਾਸ ਬਣਿਆ, ਪਰ ਕਹਾਣੀ ਇਹ ਹੈਗੀ ਹੈ ਕਿ ਵਿਸ਼ਵਾਸ ਅਜੇ ਤੱਕ ਜਿਹੜਾ ਤੁਹਾਡੀ ਲੀਡਰਸ਼ਿਪ ਤੁਹਾਡੇ 'ਚ ਨਹੀਂ ਜਿੱਤ ਆ ਰਹੀ ਹੈਗੀ। ਤੁਸੀਂ ਆਪਣੇ ਜਿਹੜੇ ਮੰਤਰੀਆਂ ਦੀ ਜਸੂਸੀ ਕਰਾਉਂਦੇ ਫਿਰਦੇ ਹੋ। ਮਨੀਪੁਰ ਦਾ ਇੱਕ MLA ਕਹਿ ਰਿਹਾ ਵੀ ਜਿੰਨੀਆਂ ਵੀ ਇਹ ਘਟਨਾਵਾਂ ਹੋਈਆਂ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੈਗੀ ਆ। ਸੋ ਤੁਹਾਡੇ ਹਲੇ ਆਪਣੀ ਜਿਹੜੀ ਪਾਰਟੀ ਆ ਉਹਦੇ ਵਿੱਚ ਹੀ ਨਹੀਂ ਤੁਸੀਂ ਆਪਣੇ ਵਿਸ਼ਵਾਸ ਦੀ ਬਹਾਲੀ ਕਰ ਸਕੇ। ਤਾਂ ਇਹਦੇ ਵਿੱਚ ਲੇਕਿਨ ਇੱਕ ਹਟ ਕੇ ਜਿਹੜੀ ਚੀਜ਼ ਦੇਖਣ ਵਾਲੀ ਆ, ਸ਼ਰਦ ਪਵਾਰ ਇਹਦੇ ਇੱਥੇ ਸ਼ਾਮਲ ਹੋਏ ਸੀਗੇ, ਜਿਹਦੇ ਬਾਰੇ ਆਪਾਂ ਪਹਿਲਾਂ 1-2 ਪ੍ਰੋਗਰਾਮ ਕਰ ਵੀ ਚੁੱਕੇ ਹਾਂ। ਅਸ਼ੋਕ ਵਾਨਖੇੜੇ ਵਰਗੇ ਜਰਨਲਿਸਟ ਨੇ ਸ਼ਰਦ ਪਵਾਰ ਤੇ ਸਵਾਲ ਵੀ ਖੜੇ ਕੀਤੇ ਸੀ ਵੀ ਅੰਦਰ ਖਾਤੇ ਦੀ ਗੱਲ ਬੀਜੇਪੀ ਦੇ ਨਾਲ ਚੱਲ ਰਹੀ ਹੈ। ਹੁਣ ਮਸਲਾ ਇਹ ਹੈਗਾ ਕਿ ਇਹ ਹੁਣ ਇੰਡੀਆ ਅਲਾਇੰਸ ਜਿਹੜਾ ਬਣਿਆ ਹੋਇਆ ਉਹਨੇ ਦੇਖਣਾ ਵੀ ਕਿਤੇ ਸ਼ਰਦ ਪਵਾਰ ਉਹਨਾਂ ਨੂੰ ਦਗਾ ਤਾਂ ਨਹੀਂ ਦੇ ਜੂਗਾ, ਜਾਂ ਉਹ ਮਤਲਬ ਕਿਵੇਂ ਇਹਨੂੰ ਐਡਰੈਸ ਕਰਨਗੇ ਸਾਰੇ ਮਾਮਲੇ ਨੂੰ। ਇਹ ਹੁਣ ਇੰਡੀਆ ਅਲਾਇੰਸ ਹੀ ਜਾਣੇ ਜੀ, ਕਿਉਂਕਿ ਇੰਡੀਆ ਗਠਬੰਧਨ ਵਿੱਚ ਜਿੰਨੇ ਵੀ ਨੇਤਾ ਨੇ ਉਹਨਾਂ ਸਾਰਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ, ਫਿਰ ਵੀ ਗਏ ਉੱਥੇ। ਸ਼ਿਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਕੇਂਦਰ ਸਰਕਾਰ ਵੱਲੋਂ ਦਿੱਲੀ ਦੇ ਵਿੱਚ ਇੱਕ ਆਰਡੀਨੈਂਸ ਪਾਸ ਕੀਤਾ ਗਿਆ ਸੀ, ਜਿਸ ਦੇ ਵਿੱਚ ਜੋ ਆਫਿਸਰਸ ਨੇ ਉਸਦੀ ਟ੍ਰਾਂਸਫਰ ਤੇ ਪੋਸਟਿੰਗ ਨੂੰ ਲੈ ਕੇ ਇਹ ਆਰਡੀਨੈਂਸ ਸੀ, ਤੇ ਹੁਣ ਇਸ ਨੂੰ ਲੈ ਕੇ ਦਿੱਲੀ ਸਰਵਿਸਿਜ਼ ਬਿੱਲ ਜੋ ਹੈ ਉਹ ਸੰਸਦ ਦੇ ਵਿੱਚ ਪੇਸ਼ ਕਰ ਦਿੱਤਾ ਗਿਆ। ਕਿਸ ਤਰ੍ਹਾਂ ਦੇ? ਕਾਫੀ ਰੌਲੇ ਰੱਪੇ ਤੋਂ ਬਾਅਦ ਸਰਕਾਰ ਨੇ, ਜਦੋਂ ਵੀ ਰੌਲਾ ਰੱਪਾ ਪੈਂਦਾ ਤਾਂ ਸਰਕਾਰ ਇੱਕਦਮ ਬਿੱਲ ਪੇਸ਼ ਕਰਦੀ ਹੈ ਜੀ, ਫਿਰ ਇਹ ਪਾਸ ਵੀ ਹੋ ਜਾਂਦਾ ਲੋਕ ਸਭਾ ਵਿੱਚ। ਹੋਣਾ ਔਖਾ ਨਹੀਂ ਕਿਉਂਕਿ ਇਹਨਾਂ ਦਾ ਬਹੁਮਤ ਹੈ ਜੀ, ਪਰ ਇਹ ਹੈ ਖਤਰਨਾਕ ਹੈ। ਸਿੱਧੇ ਦਿੱਲੀ ਸਰਕਾਰ ਦੇ ਅਧਿਕਾਰਾਂ ਦੇ ਵਿੱਚ ਦਖਲਅੰਦਾਜ਼ੀ ਹੈ, ਖਤਮ ਕੀਤੇ ਗਏ ਨੇ। ਫੈਡਰਲ ਸਟਰਕਚਰ ਦੇ ਉੱਤੇ ਹਮਲਾ ਹੈਗਾ ਵਾ, ਇਹਦਾ ਵਿਰੋਧੀ ਧਿਰਾਂ ਵਿਰੋਧ ਕਰਨਾ ਚਾਹੀਦਾ ਤੇ ਕਰ ਵੀ ਰਹੀਆਂ ਹੈਗੀਆਂ ਨੇ। ਲੇਕਿਨ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ, ਜਿਵੇਂ ਆਪਾਂ ਕਹਿੰਦੇ ਆਫਦਾ ਮੇਂ ਅਫਸਰ ਕਹਿੰਦੀ ਹੁੰਦੀ, ਇਹਦਾ ਨਾਰਾ ਵਾ। ਤੇ ਜਦੋਂ ਦਿੱਕਤ ਆਉਂਦੀ ਹੈ ਕੋਈ ਇਹੋ ਜਿਹੀ, ਉਦੋਂ ਫਿਰ ਇਹ ਆਪਣੀ ਅਫਸਰ ਲੱਭਦੀ ਹੈ, ਸਹੂਲੀਅਤ ਲੱਭਦੀ ਹੈ। ਉਹ ਸਹੂਲੀਅਤ ਨੇ ਇੱਕ ਤਾਂ ਪਿੱਛੇ ਜਿਹੀ ਇਸੇ ਰੌਲੇ ਰੱਪੇ ਦੌਰਾਨ ਹੀ ਨਾਰਥ ਈਸਟ ਨਾਲ ਸੰਬੰਧਿਤ ਜਿਹੜਾ ਇੱਕ ਬਿੱਲ ਲਿਆ ਕੇ, ਜੰਗਲਾਂ ਨਾਲ ਸੰਬੰਧਿਤ ਬਿੱਲ ਲਿਆ ਕੇ ਜੀ, ਇਹਨੇ ਉੱਥੇ ਆਦੀਵਾਸੀਆਂ ਦੇ ਕੋਲੋਂ ਜ਼ਮੀਨ ਖੋਹਣ ਦਾ ਰਾਹ ਪੱਧਰਾ ਕਰਤਾ ਵੀ ਉਹ ਜਿਹੜੀ ਜ਼ਮੀਨ ਹੈ ਉਹ ਵੱਡੇ ਅੰਬਾਨੀ ਅਦਾਨੀਆਂ ਨੂੰ ਦੇ ਸਕਦੀ ਹੈ। ਉੱਥੇ ਜਿਹੜੇ ਪਾਮ ਦੇ ਦਰਖਤ ਆ ਉਹਦੀ ਜਿਹੜੀ ਖੇਤੀ ਦਾ ਠੇਕਾ ਦੇ ਸਕਦੀ ਹੈ ਜੀ। ਇਹ ਦੂਜਾ ਜਿਹੜਾ ਹੈਗਾ ਇਹਨਾਂ ਨੇ ਆਹ ਬਿੱਲ ਲਿਆਂਦਾ ਜੀ, ਇਹ ਚੀਜ਼ ਜਿਹੜੀ ਇਹ ਲਗਾਤਾਰ ਕਰ ਰਹੀ ਹੈ, ਇਹ ਸਾਰਾ ਅਨਕਨਸਟੀਟਿਊਸ਼ਨਲ ਹੈ।
ਜੀ ਇਹ ਗੈਰ ਸੰਵਿਧਾਨਿਕ ਹੈ ਜੀ ਤੇ ਇਹਦਾ ਸਿਰਫ ਸੰਸਦ ਦੇ ਵਿੱਚ ਹੀ ਨਹੀਂ, ਬਾਹਰ ਵੀ ਵਿਰੋਧ ਹੋਣਾ ਚਾਹੀਦਾ ਜੀ। ਕਿਉਂ ਵਿਰੋਧੀ ਜਿਹੜੇ ਅਪੋਜ਼ ਵੀ ਕਰ ਰਿਹਾ, ਪਰ ਕਿਤੇ ਨਾ ਕਿਤੇ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ, ਕਿਉਂਕਿ ਫਿਰ ਵੀ ਰੋਲੇ ਗੱਪੇ ਸ਼ੋਰ ਸ਼ਰਾਬੇ ਦੇ ਵਿੱਚ ਸਾਰੇ ਬਿੱਲ ਪੇਸ਼ ਕੀਤੇ ਜਾ ਰਹੇ ਨੇ। ਉਹ ਤਾਕਤ ਇਹਨਾਂ ਕੋਲ ਤਾਂ ਕਰ ਰਹੇ ਨੇ ਜੀ। ਸ਼ਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਆ। ਮਣੀਪੁਰ ਦੀ ਗੱਲ ਕਰੀਏ। ਮਣੀਪੁਰ ਜੋ ਹਿੰਸਾ ਫੈਲੀ ਸੀ, ਹੁਣ ਉਸ ਨੂੰ ਲੈ ਕੇ ਜੋ ਸੁਪਰੀਮ ਕੋਰਟ ਨੇ ਨਵਾਂ ਬਿਆਨ ਦਿੱਤਾ ਹੈ, ਉਸ ਬਾਰੇ ਕੀ ਕਹਿਣਾ ਚਾਹੋਗੇ? ਸੁਪਰੀਮ ਕੋਰਟ ਕਾਫੀ ਸਖਤ ਹੋਇਆ ਉਹਨੇ ਸਾਫ਼ ਕਿਹਾ ਵੀ ਪੁਲਿਸ ਨਕੰਮੀ ਹੈ, ਪੁਲਿਸ ਨੇ ਨਾਕਾਮ ਰਹੀ ਹੈ, ਸਰਕਾਰ ਨੂੰ ਵੀ ਨਾਕਾਮਯਾਬੀ ਕਹੀ ਆ। ਤੇ ਇਹਦੇ ਵਿੱਚ ਇਹੀ ਹੈ ਵੀ ਜਦੋਂ ਸੁਪਰੀਮ ਕੋਰਟ ਨੂੰ ਕਹਿਣਾ ਪਏਗਾ, ਦੂਜੀ ਵਾਰ ਕਿਹਾ, ਕੱਲ ਵੀ ਕਿਹਾ, ਪਰਸੋਂ ਵੀ ਕਿਹਾ ਜੀ। ਇਹਦਾ ਮਤਲਬ ਹੈ ਕਿ ਉੱਥੇ ਦਾ ਪ੍ਰਸ਼ਾਸਨ ਸਿਸਟਮ ਸਾਰਾ ਨੰਗਾ ਹੋਇਆ ਜੀ। ਡੀਵਾਈ ਚੰਦਰਚੂੜ ਨੇ ਵੀ ਕਿਹਾ ਵੀ ਜੋ ਔਰਤਾਂ ਨਾਲ ਬੇਪਤੀ ਹੋਈ ਆ ਉਹਦੇ ਬਾਰੇ ਉਹ ਕਾਫੀ ਤਿੱਖਾ ਬੋਲੇ ਨੇ। ਮੈਨੂੰ ਲੱਗਦਾ ਇਹਦੇ ਵਿੱਚ ਮੈਂ ਇੰਨਾ ਹੀ ਕਹਾਂਗਾ ਵੀ ਸ਼ੀਸ਼ਾ ਦਿਖਾਇਆ ਗਿਆ ਸੁਪਰੀਮ ਕੋਰਟ ਦੇ ਵੱਲੋਂ। ਜੀ ਸ਼ਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਬੀਤੇ ਦਿਨ ਦੀ ਖਬਰ ਹੈ, ਮਹਾਰਾਸ਼ਟਰ ਦੇ ਠਾਣੇ ਦੇ ਵਿੱਚ ਸਮਰਿੱਧੀ ਐਕਸਪ੍ਰੈਸ ਹਾਈਵੇ ਹੈ, ਜੋ ਉੱਥੇ ਇੱਕ ਹਾਦਸਾ ਹੁੰਦਾ ਤੇ 17 ਮਜ਼ਦੂਰਾਂ ਦੀ ਮੌਤ ਹੋ ਜਾਂਦੀ ਹੈ, ਕਿਉਂਕਿ ਗਰਡਰ ਗਿਰ ਜਾਂਦਾ ਹੈ 100 ਫੁੱਟ ਦੀ ਉਚਾਈ ਦੇ ਉੱਤੋਂ। ਇਹ 20 ਦੇ ਕਰੀਬ ਮੌਤਾਂ ਹੋ ਗਈਆਂ ਜੀ, 10 ਤੋਂ ਉੱਤੇ ਜ਼ਖਮੀ ਹੋਏ ਨੇ ਜੀ। ਹਾਲੇ ਹੋਰ ਵੀ ਸੰਭਾਵਨਾ ਹੋ ਸਕਦੀ ਹੈ ਜੀ। ਇਹਦੇ ਵਿੱਚ ਆਇਆ ਵੀ ਦੇਖੋ, ਪਹਿਲੀ ਗੱਲ ਤਾਂ ਹੈਗੀ ਇਹ ਘਟਨਾ ਜਿਹੜੀ ਦੁਖਦਾਈ ਤਾਂ ਹੈ ਹੀ ਹੈ ਜੀ, ਪਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ, ਉਹਦੇ ਵਿੱਚ ਕੀ ਇਹਤਿਆਤ ਵਜੋਂ ਇਹਤਿਆਤ ਨਹੀਂ ਵਰਤੀ ਗਈ, ਕੀ ਗੜਬੜਾਂ ਹੋਈਆਂ, ਉਹਦੀਆਂ ਹਾਲੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਇਹੀ ਹੈ ਕਿ ਅਸੀਂ ਦੁੱਖ ਪ੍ਰਗਟ ਕਰ ਸਕਦੇ ਹਾਂ, ਉਹਨਾਂ ਦੇ ਪਰਿਵਾਰਾਂ ਨਾਲ ਆਪਣੀ ਸੰਵੇਦਨਾ ਪ੍ਰਗਟ ਕਰ ਸਕਦੇ ਹਾਂ ਤੇ ਕੋਸ਼ਿਸ਼ ਹੋਣੀ ਚਾਹੀਦੀ ਹੈ ਇਹ ਜਿਹੀਆਂ ਘਟਨਾਵਾਂ ਨਾ ਰੁਕਣ, ਮਤਲਬ ਹੋ ਰੁਕਣ ਵੀ ਇਹ ਕਿਉਂ ਹੋ ਰਹੀਆਂ ਨੇ ਬਾਰ-ਬਾਰ। ਉਹਦਾ ਕਾਰਨ ਕੀ ਹੈਗਾ? ਦਿੱਕਤ ਇਹ ਹੈਗੀ ਹੈ ਵੀ ਜਿਹੜੀਆਂ ਇਹ ਸਾਰੇ ਪ੍ਰੋਸੈਸ ਵਿੱਚ ਦਿੱਕਤਾਂ ਹੁੰਦੀਆਂ ਨੇ ਉਹ ਦੂਰ ਨਹੀਂ ਕੀਤੀਆਂ ਜਾਂਦੀਆਂ ਜੀ। ਸ਼ਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਬੀਤੇ ਦਿਨ ਦੀ ਖਬਰ ਹੈ ਕਿ ਜੈਪੁਰ ਐਕਸਪ੍ਰੈਸ ਵੇ ਸੀ, ਉਸ ਦੇ ਵਿੱਚ ਇੱਕ ਰੇਲਵੇ ਪੁਲਿਸ ਫੋਰਸ ਦੇ ਵੱਲੋਂ ਕਾਂਸਟੇਬਲ ਵੱਲੋਂ ਇੱਕ ਆਪਣੇ ਸੀਨੀਅਰ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਇੱਕ ਹੋਰ ਨਾਲ ਦੇ ਡੱਬੇ ਦੇ ਵਿੱਚ ਜਾ ਕੇ 3 ਹੋਰ ਉੱਥੇ ਜੋ ਆਮ ਨੌਜਵਾਨ ਸੀ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ। ਤੇ ਕਹਿੰਦੀ 23 ਸਾਲ ਦੀ ਉਮਰ ਸੀਗੀ ਇਸ ਮੁੰਡੇ ਦੀ। ਇਹ ਡਿਊਟੀ ਵੀ ਸੁਰੱਖਿਆ ਕਰਨ ਦੀ ਸੀਗੀ ਰੇਲਵੇ ਦੀ ਜੀ, ਪਰ ਇਹ ਆਪਣੇ ਸਾਥੀ ਸਮੇਤ ਨਾਲ ਦੇ ਜਿਹੜੇ ਹੈਗੇ ਆ ਪੈਸੇਂਜਰ ਨੂੰ ਵੀ ਗੋਲੀ ਮਾਰਦਾ। ਮੁਸਲਮਾਨ ਹੁੰਦੇ ਨੇ ਉਹ। ਇਹ ਬਾਅਦ ਵਿੱਚ ਜਿਹੜਾ ਨਾਰਾ ਲਾਉਂਦਾ ਉਹ ਦੇਖਣ ਵਾਲਾ, ਹਿੰਦੁਸਤਾਨ 'ਚ ਰਹਿਣਾ ਹੋਊਗਾ ਤਾਂ ਜੋਗੀ ਮੋਦੀ ਕਹਿਣਾ ਹੋਊਗਾ, ਹੈ ਨਾ। ਇਹ ਨਾਰਾ ਅਸੀਂ ਕਦੇ ਬੀਜੇਪੀ ਦੇ ਲੋਕਾਂ ਕੋਲੋਂ ਵੀ ਸੁਣਦੇ ਹਾਂ। ਕਹਾਣੀ ਕੀ ਹੈ ਕਿ ਇਹ ਮੁੰਡਾ ਇੱਕ ਮਾਨਸਿਕ ਤੌਰ ਤੇ ਬਿਮਾਰ ਹੈ ਜੀ, ਜਾਂ ਕਹਿ ਲਓ ਕਿ ਮੁੰਡਾ ਇੱਕ ਨਫ਼ਰਤ ਦਾ ਪੱਟਿਆ ਹੋਇਆ ਵਾ। ਇਹਨੂੰ ਨਫ਼ਰਤ ਜਿਹੜੀ ਨਫ਼ਰਤ ਦਾ ਬੀਜ ਇਹਨੂੰ ਕਿਤੇ ਨਾ ਕਿਤੇ ਹੋ ਗਿਆ, ਨਫ਼ਰਤ ਦੇ ਕਲਾਵੇ 'ਚ ਆ ਗਿਆ। ਉਹ ਨਫ਼ਰਤ ਸਾਡਾ ਟੀਵੀ ਮੀਡੀਆ ਦੇ ਰਿਹਾ ਹੈਗਾ ਤੇ ਉਹ ਟੀਵੀ ਮੀਡੀਆ ਕਿਹਦੇ ਲਈ ਕੰਮ ਕਰ ਰਿਹਾ ਹੈਗਾ? ਮੋਦੀ ਲਈ, ਸ਼ਾਹ ਲਈ ਕੰਮ ਕਰ ਰਿਹਾ। ਉਹੀ ਬੋਲੀ ਜਿਵੇਂ ਆਪਾਂ ਇਸ ਮੰਚ ਤੋਂ ਬਾਰ-ਬਾਰ ਕਹਿੰਦੇ ਆ ਵੀ ਜਿਹੜੀ ਨਫ਼ਰਤ ਹੈ, ਨਫ਼ਰਤ ਸਾਡੇ ਸਮਾਜ ਦੇ ਵਿੱਚ ਆ ਗਈ, ਉਹਦਾ ਸਮਾਜੀਕਰਨ ਹੋ ਚੁੱਕਾ ਹੈਗਾ। ਇਹ ਨਫ਼ਰਤ ਘਰਾਂ ਵਿੱਚ ਪਹੁੰਚ ਚੁੱਕੀ ਹੈ, ਤੁਹਾਡੀਆਂ ਸੁਸਾਇਟੀਜ਼ ਦੇ WhatsApp ਗਰੁੱਪ ਰਾਹੀਂ ਆ ਰਹੀ ਹੈਗੀ ਹੈ। ਜਿਹੜੇ ਉਹ ਅੰਕਲ ਬੈਠੇ ਨੇ ਉਹ ਇਹ ਤਾਂ ਨਹੀਂ ਚਾਹੁੰਦੇ ਵੀ ਉਹਨਾਂ ਦਾ ਬੱਚਾ ਕੋਈ ਇਹ ਕੰਮ ਕਰੇ ਜੀ, ਕਿਸੇ ਦਾ ਕਰੇ, ਫਿਰ ਉਹ ਬੜੇ ਖੁਸ਼ ਹੁੰਦੇ ਨੇ ਵੀ ਵਧੀਆ ਕੰਮ ਲੱਗ ਗਿਆ ਜੀ। ਸੋ ਇਹ ਸਮਾਜ ਦੇ ਉੱਤੇ ਬੜੀ ਜ਼ਿੰਮੇਵਾਰੀ ਆ ਗਈ ਹੈ ਕਿ ਜਦੋਂ ਕੋਈ ਨੌਜਵਾਨ ਇਸ ਤਰ੍ਹਾਂ ਭੜਕਦਾ, ਇਹੋ ਜਿਹੇ ਗੋਦੀ ਮੀਡੀਆ ਨੂੰ ਸੁਣ ਕੇ ਤੇ ਇਹੋ ਜਿਹੀਆਂ ਸਰਕਾਰਾਂ ਉਹਦੇ ਲਈ ਮਾਹੌਲ ਤਿਆਰ ਕਰਦੀਆਂ, ਇੱਕ ਤਾਂ ਉਹਨੇ ਆਪਣਾ ਤਾਂ ਜੀਵਨ ਖਰਾਬ ਹੀ ਕੀਤਾ ਪਰ ਦੂਜਿਆਂ ਦਾ ਜੀਵਨ ਲੈ ਵੀ ਲਿਆ ਜੀ। ਇਹ ਜਿਹੜਾ ਨਫ਼ਰਤ ਵਾਲਾ ਅਸੀਂ ਸਮਾਜ ਬਣਾ ਰਹੇ ਹਾਂ, ਕਿਤੇ ਨਾ ਕਿਤੇ ਸਮਾਜ ਨਫ਼ਰਤ ਵਾਲਾ ਸਾਡੇ ਆਪਣੇ ਲਈ ਖਤਰਨਾਕ ਸਾਬਤ ਹੋਏਗਾ ਜੀ। ਆਉਣ ਵਾਲੇ ਸਮੇਂ 'ਚ ਸਾਡੇ ਤੇ ਭਾਰੂ ਬੈਠਣ ਵਾਲੀਆਂ ਸਾਰੀਆਂ ਬਿਲਕੁਲ। ਇਹ ਗੱਲਾਂ ਜਦੋਂ ਅੱਗ ਕਿਸੇ ਲੱਗਦੀ ਆ, ਇਹ ਨਹੀਂ ਹੁੰਦਾ ਨਾ ਕਿ ਤੁਹਾਡੇ ਘਰੇ ਨਹੀਂ ਆਉਂਦੀ ਹੈਗੀ ਅੱਗ। ਜਿਹੜੀ ਮੂੰਹ ਜ਼ੋਰ ਹੁੰਦੀ ਹੈ, ਇਹ ਨਹੀਂ ਸੋਚਣਾ ਚਾਹੀਦਾ ਕੋਈ ਹੋਰ ਸੜਦਾ, ਕਿਉਂਕਿ ਲਾਂਬੂ ਜਦੋਂ ਟਹਿਲਦੇ ਨਿਕਲਦੇ ਨੇ ਨਾ, ਫਿਰ ਉਹ ਪਤਾ ਨਹੀਂ ਕਿਹੜੇ ਦਰਾਂ ਦੇ ਵਿੱਚ ਆ ਕੇ ਰੁਕ ਜਾਣਗੇ ਜੀ। ਸ਼ਵਿੰਦਰ ਜੀ, ਅਗਲੀ ਖਬਰ ਦੀ ਚਰਚਾ ਕਰ ਲੈਂਦੇ ਹਾਂ। ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਜੋ ਸਰਕਾਰੀ ਕਰਮਚਾਰੀ ਨੇ ਉਹਨਾਂ ਨੂੰ ਇੰਡੀਪੈਂਡੈਂਸ ਡੇ ਦਾ ਜੋ ਪ੍ਰੋਗਰਾਮ ਹੈ ਉਸ ਦੇ ਵਿੱਚ ਸ਼ਾਮਿਲ ਰਹਿਣਾ ਪਵੇਗਾ। ਤਿਰੰਗਾ ਝੰਡਾ ਵੀ ਲਾਉਣਾ ਪਏਗਾ। ਇਹ ਹੁਣ ਪਿਛਲੇ ਸਾਲ ਤੋਂ ਇੱਕ ਰੁਝਾਨ ਅਸੀਂ ਦੇਖ ਰਹੇ ਹਾਂ, ਸਾਰੇ ਮੁਲਕ ਵਿੱਚ ਫਰਮਾਨ ਸੀ ਵੀ ਤਿਰੰਗਾ ਝੰਡਾ ਲਾਇਆ ਜਾਵੇ ਜੀ, ਧੱਕੇ ਨਾਲ ਲਾਇਆ ਜਾਵੇ। ਫਿਰ ਹੋਇਆ ਕਿ ਜੇ ਕੋਈ ਨਹੀਂ ਵੀ ਲਾਉਂਦਾ ਸੀ, ਬੀਜੇਪੀ ਤੇ RSS ਤੇ ਗੁੰਡੇ ਜਾ ਕੇ ਉਹਨਾਂ ਦੇ ਘਰੇ ਲਾਉਂਦੇ ਹੁੰਦੇ ਸੀਗੇ ਜੀ। ਕਸ਼ਮੀਰ ਇੱਕ ਸੈਂਸਿਟਿਵ ਸੂਬਾ ਹੈਗਾ ਜਿਹਦੀ ਤੁਸੀਂ 370 ਖਤਮ ਕੀਤੀ ਹੈ, 370 ਖਤਮ ਹੀ ਨਹੀਂ ਕੀਤੀ। ਉੱਥੇ ਦੀ ਆਵਾਮ ਨੂੰ ਕਿੰਨਾ ਚਿਰ ਅੰਦਰ ਡੱਕੀ ਰੱਖਿਆ, ਸਾਰੇ ਕਸ਼ਮੀਰ ਨੂੰ ਤੁਸੀਂ ਜੇਲ੍ਹ ਬਣਾ ਦਿੱਤਾ। ਉਹਨਾਂ ਦੀ ਭਾਰਤੀ ਹਕੂਮਤ ਪ੍ਰਤੀ, ਭਾਰਤੀ ਦੇਸ਼ ਪ੍ਰਤੀ ਵੀ ਜਿਹੜੀ ਹੈਗੀ ਆ ਕਿਤੇ ਨਾ ਕਿਤੇ ਉਹਨਾਂ ਦੇ ਸ਼ੰਕੇ, ਇੱਕ ਤਰ੍ਹਾਂ ਨਫ਼ਰਤ ਹੈ ਜੀ। ਉਹ ਸਰਕਾਰਾਂ ਨੂੰ ਦੂਰ ਕਰਨੀ ਚਾਹੀਦੀ ਹੈ। ਇਸ ਹਾਲਤ ਵਿੱਚ ਅਸੀਂ ਧੱਕੇ ਨਾਲ ਸੋ ਕਾਲ ਦੇਸ਼ ਭਗਤੀ ਉਹਨਾਂ ਨੂੰ ਦਵਾਂਗੇ ਤੇ ਮਾਮਲਾ ਹੋਰ ਖਰਾਬ ਹੋਏਗਾ।
ਜੀ ਇਹ ਨਾਲੇ ਦੇਸ਼ ਭਗਤੀ ਕੋਈ ਐਂ ਧੱਕੇ ਨਾਲ ਤਿਰੰਗਿਆਂ ਨਾਲ ਸਿਖਾਈ ਨਹੀਂ ਜਾਂਦੀ ਹੁੰਦੀ, ਇਹ ਇੱਕ ਅੰਦਰੋਂ ਭਾਵਨਾ ਪੈਦਾ ਹੁੰਦੀ ਆ। ਅੱਜ ਜਦੋਂ ਦੇਸ਼ ਭਗਤੀ ਦੀ ਗੱਲ ਕਰਦੇ ਆ, ਪਹਿਲੀ ਗੱਲ ਤਾਂ ਹੈਗੀ ਹੈ ਕਿ ਜਿਹੜੇ ਅੱਜ ਤਿਰੰਗੇ ਦੀਆਂ ਗੱਲਾਂ ਕਰਦੇ ਨੇ ਵੀ ਤਿਰੰਗਾ ਹੱਥ 'ਚ ਹੋਵੇ ਫਲਾਨਾ, ਇਹਨਾਂ ਦਾ ਆਪਣਾ ਤਿਰੰਗੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਜੀ। RSS ਸੰਘ ਪਰਿਵਾਰ ਜਦੋਂ 1947 ਦੇ ਇਹਨਾਂ ਦੇ ਆਪਣਾ ਜਿਹੜਾ ਮੇਨ ਆਰਗੇਨਾਈਜ਼ਰ ਮੈਗਜ਼ੀਨ ਆ, ਉਹਦੀਆਂ ਕਾਪੀਆਂ ਚੱਕ ਕੇ ਦੇਖ ਲਓ, ਇਹੀ ਕਹਿੰਦੇ ਹੁੰਦੇ ਸੀ ਵੀ ਤਿਰੰਗਾ ਦਾ ਨੈਸ਼ ਆ, 3 ਰੰਗ ਨੈਸ਼ ਹੁੰਦੇ ਨੇ, ਤਿਰੰਗਾ ਸਾਡਾ ਝੰਡਾ ਨਹੀਂ ਹੈਗਾ, ਸਾਡਾ ਤਾਂ ਭਗਵਾਂ ਝੰਡਾ ਹੈਗਾ। ਹੁਣ ਤੱਕ RSS ਨੇ ਆਪਣੇ ਹੈੱਡਕੁਆਟਰ ਤੇ ਝੰਡਾ ਨਹੀਂ ਲਾਇਆ ਤਿਰੰਗਾ, ਤੇ ਇਹਨਾਂ ਦਾ ਆਪਣਾ ਜਿਹੜਾ ਇਤਿਹਾਸ ਅੰਗਰੇਜ਼ਾਂ ਦੇ ਤੋਂ ਮਾਫੀਆਂ ਮੰਗਣ ਦਾ ਰਿਹਾ, ਅੰਗਰੇਜ਼ਾਂ ਦੀ ਚਮਚਾਗਿਰੀ ਕਰਨ ਦਾ ਰਿਹਾ, ਇਸ ਲਈ ਇਹਨਾਂ ਦਾ ਤਿਰੰਗੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਨੰਬਰ 1। ਨੰਬਰ 2 ਹੈਗਾ ਕਿ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਯਾਦ ਕਰਨ ਦਾ ਵੀ ਵੇਲਾ, ਜਿਨ੍ਹਾਂ ਨੇ ਦੱਸਿਆ ਕਿ ਅਸਲੀ ਦੇਸ਼ ਭਗਤੀ ਹੁੰਦੀ ਕੀ ਆ। ਦੇਸ਼ ਭਗਤੀ ਉਹ ਕਹਿੰਦੇ ਕਿ ਇਕੱਲੇ ਤੁਹਾਡੀਆਂ ਨਦੀਆਂ ਨਾਲੇ ਨਹਿਰਾਂ ਨਹੀਂ ਹੁੰਦੀਆਂ, ਅਸਲ ਜਿਹੜਾ ਦੇਸ਼ ਹੈ, ਦੇਸ਼ ਹੁੰਦਾ ਕੀ ਹੈ, ਉਹ ਕਹਿੰਦੇ ਦੇਸ਼ ਤੇ ਭਾਵ ਦਰਖਤ ਨਦੀਆਂ ਨਾਲੇ ਨਹੀਂ, ਬਲਕਿ ਉੱਥੇ ਦੀ ਆਵਾਮ ਹੁੰਦੀ ਹੈ। ਜੇ ਤੁਹਾਡੇ ਕੋਲ ਆਵਾਮ ਨਹੀਂ ਖੁਸ਼ ਹੈਗੀ, ਆਵਾਮ ਨਾਲ ਤੁਸੀਂ ਦਿਲ ਨਹੀਂ ਜਿੱਤ ਸਕਦੇ, ਫਿਰ ਦੇਸ਼ ਕਾਹਦਾ ਹੋਇਆ। ਸੋ ਇੱਥੇ ਆਵਾਮ ਦਾ ਤਾਂ ਦਿਲ ਜਿੱਤ ਨਹੀਂ ਰਹੇ, ਧੱਕੇ ਨਾਲ ਤੁਸੀਂ ਹੈਗੇ ਡੰਡੇ ਦੇ ਜ਼ੋਰ ਦੇ ਉੱਤੇ ਉਹਨਾਂ ਨੂੰ ਕਹਿ ਰਹੇ ਹੋ ਵੀ ਐਂ ਕਰੋ। ਕਸ਼ਮੀਰ ਨੂੰ ਤੁਸੀਂ ਜੇਲ੍ਹ 'ਚ ਬਣਾ ਕੇ ਰੱਖ ਦਿੱਤਾ, ਹਾਂ ਕਸ਼ਮੀਰ ਦੀ ਜ਼ਮੀਨ ਉੱਤੇ ਸਾਡਾ ਕਬਜ਼ਾ ਹੋਵੇ। ਇਹ ਮਾਨਸਿਕਤਾ ਕੋਈ ਦੇਸ਼ ਭਗਤੀ ਵਾਲੀ ਮਾਨਸਿਕਤਾ ਨਹੀਂ ਹੈਗੀ, ਇਹ ਮਾਨਸਿਕਤਾ ਇੱਕ ਸੰਘੀ ਮਾਨਸਿਕਤਾ ਹੈਗੀ ਆ, ਜਿਹੜੀ ਕਿ ਮੁਲਕ ਨੂੰ ਕਿਸ ਦਾ ਵੀ ਕੁਝ ਸਵਾਰੇਗੀ ਨਹੀਂ, ਆਵਾਮ ਦਾ ਵੀ ਕੁਝ ਸਵਾਰੇਗੀ ਨਹੀਂ। ਜੀ ਸ਼ਿਵਿੰਦਰ ਜੀ, ਹੁਣ ਅਸੀਂ ਅੱਜ ਦੇ ਇਹ ਮੁੱਦੇ ਦੀ ਗੱਲ ਕਰ ਲੈਂਦੇ ਹਾਂ। ਸੋਮਵਾਰ ਤੋਂ ਲੈ ਕੇ ਹਰਿਆਣਾ ਦੇ ਵਿੱਚ ਹਿੰਸਾ ਫੈਲੀ ਹੋਈ ਹੈ। ਬ੍ਰਿਜ ਮੰਡਲ ਯਾਤਰਾ ਦੇ ਦੌਰਾਨ ਨੂੰਹ ਦੇ ਵਿੱਚ ਇਹ ਹਿੰਸਾ ਸ਼ੁਰੂ ਹੋਈ ਸੀ, ਇਸ ਦੇ ਵਿੱਚ ਕਾਫੀ ਲੋਕਾਂ ਦੀ ਮੌਤ ਹੋ ਚੁੱਕੀ ਹੈ, ਕੁਝ ਜ਼ਖਮੀ ਹੋਏ ਨੇ। ਕਿਸ ਤਰ੍ਹਾਂ ਦੇਖਦੇ ਹੋ ਇਸ ਸਾਰੀ ਘਟਨਾ ਨੂੰ? ਦੇਖੋ, ਗੱਲ ਹੈ ਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਤਿਵੇਂ ਤਿਵੇਂ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ। ਕੁਝ ਦਿਨ ਪਹਿਲਾਂ ਸਤਿਪਾਲ ਮਲਿਕ ਨੇ, ਜਿਹੜੇ ਸਾਬਕਾ ਰਾਜਪਾਲ ਜੰਮੂ ਐਂਡ ਕਸ਼ਮੀਰ ਦੇ, ਜੋ BJP ਤੋਂ ਅੱਜਕੱਲ੍ਹ ਨਾਰਾਜ਼ ਚੱਲੇ ਆ ਰਹੇ ਨੇ, ਪਰ ਉਹ BJP ਛੱਡੀ ਨਹੀਂ ਹਲੇ ਉਹਨਾਂ ਨੇ, ਉਹਨਾਂ ਦੇ ਬਿਆਨ ਨੋਟ ਕਰਨ ਵਾਲੇ ਨੇ। ਉਹ ਕਹਿੰਦੇ ਕਿ ਮੋਦੀ ਅਮਿਤ ਸ਼ਾਹ ਹੁਣੇ ਚੋਣਾਂ ਤੋਂ ਪਹਿਲਾਂ ਕੋਈ ਦੰਗਾ ਕਰਾ ਸਕਦੇ ਨੇ, ਸਾਰੇ ਮੁਲਕ 'ਚ ਕਰਾ ਸਕਦੇ ਨੇ, ਕਿਸੇ BJP ਦੇ ਲੀਡਰ ਦੀ ਹੱਤਿਆ ਹੋ ਸਕਦੀ ਹੈ, ਰਾਮ ਮੰਦਿਰ ਤੇ ਵੀ ਹਮਲਾ ਕਰਾ ਸਕਦੇ ਨੇ। ਇਹ ਉਹਦੀ ਸਟੇਟਮੈਂਟ ਹੈ ਕੁਝ ਦਿਨ ਪਹਿਲਾਂ। ਅਸੀਂ ਦੇਖ ਰਹੇ ਹਾਂ ਮਨੀਪੁਰ ਤੋਂ ਬਾਅਦ ਹੁਣ ਜਿਵੇਂ ਹਰਿਆਣੇ ਦੇ ਵਿੱਚ ਅਸੀਂ ਦੇਖਿਆ, ਕਹਾਣੀ ਸ਼ੁਰੂ ਕਿਵੇਂ ਹੁੰਦੀ ਹੈ। ਵਿਸ਼ਵ ਹਿੰਦੂ ਪਰਿਸ਼ਦ ਇੱਕ ਕਰਦੀ ਆ ਸ਼ੋਭਾ ਯਾਤਰਾ ਜੀ ਕੱਢਦੀ ਹੈ ਜੀ। ਹੁਣ ਹੀ ਡਿਪਟੀ CM ਦੇ ਹਰਿਆਣੇ ਦਾ ਆਪਾਂ ਬਿਆਨ ਦੇਖ ਕੇ ਹਟੇ ਹਾਂ ਵੀ ਪਹਿਲੀ ਗੱਲ ਤਾਂ ਇਹ ਹੈਗੀ ਆ ਵੀ ਸ਼ੋਭਾ ਯਾਤਰਾ ਜਿਹੜੀ ਹੈਗੀ ਉਹਨੂੰ ਇਜਾਜ਼ਤ ਕਿਹਨੇ ਦਿੱਤੀ ਜੀ। ਪਹਿਲਾਂ ਤਾਂ ਸਵਾਲ ਇਹੀ ਆ। ਨੂੰਹ ਇਲਾਕਾ, ਮਵਾਤ ਇਲਾਕਾ, ਜਿਹੜਾ ਕਿ ਮੁਸਲਮਾਨਾਂ ਦੀ ਬਹੁ ਗਿਣਤੀ ਵਾਲਾ ਇਲਾਕਾ, ਤੁਸੀਂ ਉੱਥੋਂ ਜਦੋਂ ਯਾਤਰਾ ਕੱਢ ਰਹੇ ਹੋ, ਸਿੱਧੀ ਗੱਲ ਹੈ ਕਿ ਤਣਾਅ ਹੋਏਗਾ ਹੀ ਹੋਏਗਾ। ਤੁਸੀਂ ਤਣਾਅ ਪੈਦਾ ਕਰਨ ਲਈ ਯਾਤਰਾ ਕੱਢ ਰਹੇ ਹੋ, ਪਹਿਲੀ ਗੱਲ ਹੈ ਜੀ। ਚਲੋ ਇਜਾਜ਼ਤ ਮਿਲ ਗਈ, ਕਿੰਨੇ ਬੰਦੇ ਆਉਣਗੇ ਸ਼ੋਭਾ ਯਾਤਰਾ ਦੇ ਵਿੱਚ, ਇਹਦਾ ਬਾਰੇ ਇਹਦੇ ਉੱਤੇ ਹੀ ਡਿਪਟੀ CM ਵੀ ਕਹਿ ਰਿਹਾ ਨਾ, ਤੇ ਕਿੰਨੇ ਬੰਦੇ ਆਉਣਗੇ ਇਹਦੇ ਵਿੱਚ ਗੜਬੜ ਹੋਈ ਹੈ ਵੀ ਬੰਦੇ ਕਿੰਨੇ ਸੀ, ਦੱਸੇ ਕਿੰਨੇ ਗਏ ਹੋਣਗੇ, ਕੀ ਪ੍ਰਸ਼ਾਸਨ ਨੂੰ ਇਹਦੇ ਬਾਰੇ ਜਾਣਕਾਰੀ ਹੈਗੀ ਆ। ਦੂਜੀ ਗੱਲ, ਮਨੂ ਮਨੇਸਰ ਆ ਜਿਹੜਾ ਕਿ ਪਹਿਲਾਂ ਲਿੰਚਿੰਗਾਂ ਕਰ ਚੁੱਕਾ ਮੁਸਲਮਾਨਾਂ ਦੀਆਂ ਗਊ ਦੇ ਮਾਮਲੇ ਵਿੱਚ, ਉਹ ਸੋਸ਼ਲ ਮੀਡੀਆ ਤੇ ਪੋਸਟ ਪਾਉਂਦਾ ਕਿ ਹਾਂ ਮੈਂ ਵੀ ਆਊਂਗਾ ਉੱਥੇ। ਤੁਸੀਂ ਦੂਜੇ ਭਾਈਚਾਰੇ ਨੂੰ ਉਕਸਾ ਰਹੇ ਹੋ ਵੀ ਮੈਂ ਆ ਰਿਹਾ, ਕਰ ਲਓ ਜਿਹੜਾ ਕੁਝ ਮੇਰਾ ਕਰਨਾ। ਫਿਰ ਜਦੋਂ ਤੁਸੀਂ ਉਕਸਾ ਰਹੇ ਹੋ ਤੇ ਉਸ ਤੋਂ ਬਾਅਦ ਵਿੱਚ ਘਟਨਾ ਪੱਥਰਬਾਜ਼ੀ ਤੋਂ ਸ਼ੁਰੂ ਹੁੰਦੀ ਆ। ਠੀਕ ਹੈ ਕਿ ਉਹਨਾਂ ਨੇ ਉਹ ਗਲਤ ਹੋਇਆ ਜਿਹੜਾ ਮੁਸਲਮਾਨ ਭਾਈਚਾਰੇ ਵੱਲੋਂ ਪੱਥਰਬਾਜ਼ੀ ਹੋਈ ਆ, ਪਰ ਉਹ ਤੁਸੀਂ ਉਕਸਾਇਆ ਉਹਦੇ ਲਈ, ਇਹ ਯਾਦ ਰੱਖੋ। ਫਿਰ ਉਕਸਾਉਣ ਤੋਂ ਬਾਅਦ ਜਿਹੜਾ ਫਿਰ ਅਗਜ਼ਨੀ ਹੋਈ, ਸਾਰਾ ਕੁਝ ਹੋਇਆ, ਉਹ ਤਾਂ ਫਿਰ ਤੁਹਾਡੀ ਖੇਡ ਹੈਗੀ ਆ। ਦੂਜੀ ਗੱਲ ਹੈ ਕਿ ਪ੍ਰਸ਼ਾਸਨ ਕੀ ਕਰ ਰਿਹਾ ਸੀਗਾ, ਪ੍ਰਸ਼ਾਸਨ ਨੇ ਸਾਰਾ ਹੋਣ ਕਿਵੇਂ ਦਿੱਤਾ ਹੈਗਾ। ਇਹਦਾ ਮਤਲਬ ਕੀ ਹੈ ਕਿ ਮਾਹੌਲ ਹੈ ਕਿ ਘੱਟ ਗਿਣਤੀ ਭਾਈਚਾਰਾ, ਪਹਿਲਾਂ ਉਹਨੂੰ ਤੰਗ ਕਰੋ, ਉਹਨੂੰ ਉਕਸਾਓ, ਜਦੋਂ ਉਹ ਥੋੜਾ ਜਿਹਾ ਉਕਸਾਇਆ ਜਾਂਦਾ, ਉਹ ਥੋੜਾ ਜਿਹਾ ਕੋਈ ਕਿਰਿਆ ਕਰਦਾ, ਭਾਵੇਂ ਕੋਈ ਗਲਤ ਆ ਕਰਨੀ, ਫਿਰ ਤੁਸੀਂ ਪ੍ਰਤੀਕਿਰਿਆ ਉਸ ਤੋਂ ਤਿੱਗਣੀ ਚੌਗਣੀ ਕਰਦੇ ਹੋ, ਫਿਰ ਉਹ ਭਾਈਚਾਰੇ ਨੂੰ ਟਾਰਗੇਟ ਕਰਦੇ ਹੋ ਤੁਸੀਂ, ਮਾਈਨੋਰਿਟੀ ਨੂੰ। ਸੋ ਇਹ ਕਹਾਣੀ ਜਿਹੜੀ ਚੱਲ ਰਹੀ ਹੈਗੀ ਹੈ, ਇਹ ਕਹਾਣੀ ਜਿਹੜੀ ਹੈ, ਇਹ ਮੁਲਕ ਦੇ ਵਿੱਚ ਇੱਕ ਤਰ੍ਹਾਂ ਦਾ ਪੂਰੇ ਮਾਈਨੋਰਿਟੀ ਨੂੰ, ਖਾਸ ਕਰਕੇ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਕੇ ਬਹੁ ਗਿਣਤੀ ਭਾਈਚਾਰੇ ਨੂੰ ਇਹ ਕਹਿਣਾ ਕਿ ਇਹ ਤਾਂ ਭਾਈਚਾਰਾ ਬੜਾ ਖਤਰਨਾਕ ਆ ਤੇ ਇਸ ਭਾਈਚਾਰੇ ਤੋਂ ਅਸੀਂ ਤੁਹਾਨੂੰ ਬਚਾ ਸਕਦੇ ਹਾਂ। ਸੋ ਇਹ ਇੱਕ ਉਹ ਨਫ਼ਰਤ ਦੀ ਸਿਆਸਤ ਆ ਜਿਹੜੀ ਕਿ 24 ਤੱਕ ਹੋਰ ਭਿਅੰਕਰ ਹੋਊਗੀ। ਲੋਕਾਂ ਨੂੰ, ਮੈਨੂੰ ਲੱਗਦਾ, ਇਹਦੇ ਤੋਂ ਸੁਚੇਤ ਰਹਿਣ ਦੀ ਲੋੜ ਹੈਗੀ ਆ, ਆਪਣੀ ਭਾਈਚਾਰਕ ਏਕਤਾ ਬਣਾਏ ਰੱਖਣ ਦੀ ਲੋੜ ਹੈਗੀ ਹੈ, ਕਿਉਂਕਿ ਜਿਹੜੇ ਲੀਡਰ ਨੇ ਇਹ ਲੋਕਾਂ ਦੀ ਭਾਈਚਾਰਕ ਏਕਤਾ ਨੂੰ ਤੋੜ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣਾ ਚਾਹੁੰਦੇ ਨੇ। शिविंदर जी, नूच जो घटना हुई है, इस ते जो SC है उसने भी प्रतिक्रिया दी है अपनी, उस बारे की कहना चाहोगे? ਸੁਪਰੀਮ ਕੋਰਟ ਨੇ ਪ੍ਰਤੀਕਿਰਿਆ ਦਿੱਤੀ ਹੈ। ਮੇਨ ਚੀਜ਼ ਤਾਂ ਜਿਹੜਾ ਮੈਨੂੰ ਲੱਗਦਾ ਵੱਡਾ ਸਵਾਲ ਤੇ ਇਹੀ ਹੈ ਕਿ ਇਹ ਘਟਨਾ ਦੇ ਵੇਲੇ ਪ੍ਰਸ਼ਾਸਨ ਕੀ ਕਰਦਾ ਸੀਗਾ, ਜਿਹੜਾ ਮੈਂ ਸਵਾਲ ਆਪਣੇ ਨੂੰ ਫੇਰ ਦੁਹਰਾ ਰਿਹਾ ਹੈਗਾ, ਕਿਉਂਕਿ ਮਨੀਪੁਰ 'ਚ ਵੀ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ, ਹੋਣ ਦਿੱਤਾ, ਇਹਦੇ ਵਿੱਚ ਵੀ ਹੋਣ ਦਿੱਤਾ। ਕਿਉਂਕਿ ਮੇਰਾ ਪਹਿਲਾ ਸਵਾਲ ਹੀ ਇਹੀ ਹੈ ਕਿ ਇਹ ਸ਼ੋਭਾ ਯਾਤਰਾ ਨੂੰ ਇਜਾਜ਼ਤ ਕਿਵੇਂ ਮਿਲੀ।
ਜੀ ਫਿਰ ਬਜਰੰਗ ਦਲ ਦੇ ਗੁੰਡੇ ਕੰਮ ਕਰ ਰਹੇ ਨੇ। ਇਹਦੇ ਵਿੱਚ ਇੱਕ ਕੰਮ ਹੋਰ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ, ਜਿਹੜੇ ਜਾਟ ਨੇ ਜੀ, ਜਾਟਾਂ ਨੂੰ ਕਿਹਾ ਵੀ ਤੁਸੀਂ ਵੀ ਸਾਡੇ ਨਾਲ ਸ਼ਾਮਲ ਹੋ ਕੇ ਮੁਸਲਮਾਨਾਂ ਦੇ ਜਿਹੜੇ ਅਗਜ਼ਨੀ ਲਾਓ, ਇਹਨਾਂ ਨੂੰ ਤੰਗ ਕਰੋ। ਜੀ ਪਰ ਜਾਟ ਅਜੇ ਤੱਕ ਜੋ ਖਬਰਾਂ ਮੇਰੇ ਕੋਲ ਆ ਰਹੀਆਂ, ਜਾਟ ਅਜੇ ਤੱਕ ਮੰਨੇ ਨਹੀਂ ਹੈਗੇ। ਇਸ ਗੱਲ ਦਾ ਇਹਨਾਂ ਨੂੰ ਦੁੱਖ ਵੀ ਹੈ ਵੀ ਕਿਉਂ ਨਹੀਂ ਮੰਨੇ। ਅਸੀਂ ਨਾਲ ਲੈ ਕੇ ਜਾਟਾਂ ਨੂੰ ਫਿਰ ਇਸ ਬਹੁਤ ਵੱਡੇ ਪੱਧਰ ਤੇ ਕਤਲੇਆਮ ਜਾਂ ਕੁਝ ਵੀ ਇਹ ਕਰਨ ਦੀ ਇਹਨਾਂ ਦੀ ਇੱਛਾ ਹੋ ਸਕਦੀ ਹੈ ਜੀ। ਕਿਉਂਕਿ ਜਿੱਦਾਂ ਮਨੀਪੁਰ 'ਚ ਹਾਲਾਤ ਹੋ ਰੱਖੇ ਆ, ਦੋ ਸਮੁਦਾਇ ਦੇ ਵਿੱਚ ਇੱਕ ਤਰ੍ਹਾਂ ਲੜਾਈ, ਪਤਾ ਨਹੀਂ ਕਿੱਥੇ ਕਿੱਥੇ ਮੁਲਕ ਦੇ ਕਿਹੜੇ ਕਿਹੜੇ ਹਿੱਸੇ ਵਿੱਚ ਇਹ ਮਨੀਪੁਰ ਬਣਾਉਣਾ ਚਾਹੁੰਦੇ ਨੇ ਜੀ। ਵੱਡੀ ਕਿਉਂਕਿ ਆਉਣ ਵਾਲੇ ਟਾਈਮ 'ਚ ਹੋਰ ਹਾਲਾਤ ਖਰਾਬ ਹੋਣਗੇ, ਕਿਉਂਕਿ 2024 ਇਹਦੇ ਲਈ ਲੋਕਾਂ ਨੂੰ ਜਿਹੜਾ ਹੈਗਾ ਆਪਸੀ ਭਾਈਚਾਰਾ ਬਣਾਏ ਰੱਖਣ ਦੀ ਲੋੜ ਆ। ਇਹਦੇ ਲਈ ਜਿੰਨੀਆਂ ਵੀ ਮਾਈਨੋਰਿਟੀ ਨੇ, ਦਲਿਤ, ਆਦੀਵਾਸੀ ਨੇ, ਉਹਨਾਂ ਨੂੰ ਤੇ ਲਿਬਰਲ ਹਿੰਦੂ ਨੇ ਜਿਹੜੇ, ਉਹਨਾਂ ਨੂੰ ਤੇ ਇਕੱਠੇ ਹੋਣ ਦੀ ਲੋੜ ਹੈਗੀ। ਆਵਾਜ਼ ਇਹ ਵਿਰੁੱਧ ਆਵਾਜ਼ ਬੁਲੰਦ ਕਰਨ ਦੀ ਲੋੜ ਹੈਗੀ, ਕਿਉਂਕਿ ਇਹ ਸਾਰੀ ਸੋਸਾਇਟੀ ਦਾ ਜਿਹੜਾ ਦਿਮਾਗ ਖਰਾਬ ਕਰਨਾ ਚਾਹੁੰਦੇ ਨੇ, ਸਾਰੀ ਸੋਸਾਇਟੀ ਨੂੰ ਨਫ਼ਰਤ ਦੇ ਰੰਗ ਵਿੱਚ ਰੰਗਣਾ ਚਾਹੁੰਦੇ ਨੇ। ਜਦੋਂ ਨਫ਼ਰਤ ਦੀ ਆਵਾਜ਼ ਤਕੜੀ ਹੋਵੇ, ਉਦੋਂ ਮੁਹੱਬਤ ਦੀ ਆਵਾਜ਼ ਕਮਜ਼ੋਰ ਹੋ ਜਾਂਦੀ ਹੈ ਜੀ। ਪਰ ਉਹ ਮੁਹੱਬਤ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਲੋੜ ਬਹੁਤ ਹੁੰਦੀ ਹੈ ਜੀ। ਸ਼ਵਿੰਦਰ ਜੀ, ਇਹਨਾਂ ਅਹਿਮ ਖਬਰਾਂ ਤੇ ਮੁੱਦਿਆਂ ਤੇ ਚਰਚਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮਿਹਰਬਾਨੀ ਲਵਦੀਪ ਜੀ। ਖਬਰ ਪੁਆਇੰਟ ਦੇ ਅੱਜ ਦੇ ਐਪੀਸੋਡ 'ਚ ਫਿਲਹਾਲ ਇੰਨਾ ਹੀ। ਹੋਰ ਖਬਰਾਂ ਤੇ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।